ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖਹਿਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਖਹਿਰਾ ਸਾਹਿਬ, ਕੁਝ ਦਿਨ ਪਹਿਲਾਂ ਹਰਿਆਣਾ ਵਾਲਿਆਂ ਨੇ ਵੀ ਆਪਣੀ ਪ੍ਰਬੰਧਕ ਕਮੇਟੀ ਬਣਾ ਲਈ ਹੈ ਜੋ ਗੁਰਦੁਆਰਾ ਸਾਹਿਬ ਦਾ ਇੰਤਜ਼ਾਮ ਦੇਖੇਗੀ ਹਰਿਆਣਾ ਦੇ ਵਿੱਚ। ਤੇ ਇਸ ਗੱਲ ਨੂੰ ਲੈ ਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੂੰ ਗੁੱਸਾ ਵੀ ਹੈ, ਗਿਲਾ ਵੀ ਹੈ। ਤੇ ਧਾਮੀ ਸਾਹਿਬ ਨੇ ਗ੍ਰਹਿ ਮੰਤਰੀ ਸਾਹਿਬ ਨੂੰ ਲਿਖਿਆ ਕਿ 1925 'ਚ ਐਕਟ ਬਣਿਆ ਸੀ, ਉਸ ਦੇ ਤਹਿਤ ਜੋ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ, ਉਸ ਲਹਿਰ ਦੇ ਮੁਤਾबिक, ਉਸ ਐਕਟ ਦੇ ਮੁਤਾबिक ਸਿਰਫ ਸੈਂਟਰ ਦੇ ਕੋਲ ਅਧਿਕਾਰ ਹੈ ਕਿ ਉਹ ਇਹਦੇ ਵਿੱਚ ਛੇੜਛਾੜ ਕਰ ਸਕਦੇ ਨੇ, ਤਬਦੀਲੀ ਕਰ ਸਕਦੇ ਨੇ ਇਸ ਐਕਟ ਦੇ ਵਿੱਚ। ਔਰ ਇਸ ਐਕਟ ਦੇ ਤਹਿਤ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਸਾਰੇ ਅਧਿਕਾਰ ਰਹਿਣਗੇ ਗੁਰਦੁਆਰਾ ਸਾਹਿਬ ਦੀ ਸਾਰੀ ਦੇਖਭਾਲ ਦੇ। ਇਸ ਕਰਕੇ ਜੋ ਹਰਿਆਣਾ ਦੀ ਕਮੇਟੀ ਬਣੀ ਹੈ ਉਹ ਗੈਰ ਸੰਵਿਧਾਨਿਕ ਹੈ, ਉਹਨੂੰ ਫੌਰਨ ਰੱਦ ਕੀਤਾ ਜਾਵੇ ਤੇ ਸੁਪਰੀਮ ਕੋਰਟ ਦੇ ਅੰਦਰ ਪਟੀਸ਼ਨ ਵੀ ਦਾਇਰ ਕੀਤੀ ਜਾਵੇ। ਦੇਖੋ, ਹਰਜਿੰਦਰ ਸਿੰਘ ਧਾਮੀ ਆਪਾਂ ਪਹਿਲਾਂ ਵੀ ਕਹਿਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਲੀਗਲ ਰਿਪਰੈਜ਼ੈਂਟੇਟਿਵ ਰਹੇ ਨੇ, ਕਾਨੂੰਨੀ ਦਿਮਾਗ ਆ ਉਹਨਾਂ ਦਾ, ਔਰ ਉਹ ਬੜੀ ਸੋਚ ਸਮਝ ਕੇ ਤੇ ਗਣੀ ਮੱਥੀ ਜਿਹੜੀ ਆ ਉਹਨਾਂ ਦੀ ਸਟੇਟਮੈਂਟ ਹਮੇਸ਼ਾ ਆਉਂਦੀ ਆ। ਜਿੱਦਣ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਸੀ ਕਿ ਇੱਕ ਵੱਖਰੀ ਹੋਂਦ, ਇੱਕ ਵੱਖਰੀ ਜਿਹੜੀ ਕਮੇਟੀ ਹੈ ਉਹ ਹਰਿਆਣਾ ਵੀ ਰੱਖ ਸਕਦਾ ਹੈ, ਤਾਂ ਬਲਜੀਤ ਸਿੰਘ ਦਾਦੂਵਾਲ ਨੇ ਇੱਕਦਮ ਕਹਿ ਦਿੱਤਾ ਸੀ ਵੀ ਸਾਨੂੰ ਆਜ਼ਾਦੀ ਮਿਲ ਗਈ ਹੈ। ਬਿਲਕੁਲ। ਪਰ ਜਦੋਂ ਹਰਜਿੰਦਰ ਸਿੰਘ ਧਾਮੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਉਦੋਂ ਕੋਈ ਸਟੇਟਮੈਂਟ ਨਹੀਂ ਦਿੱਤੀ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਉੱਤੇ ਖੋਜ ਪੜਤਾਲ ਕਰਾਂਗੇ, ਸਾਨੂੰ ਇਹ ਲੱਗਦਾ ਹੈ ਕਿ ਗਲਤ ਫੈਸਲਾ ਹੈ ਜੀ, ਇੰਨੀ ਗੱਲ ਹੋਈ ਸੀਗੀ। ਹੁਣ ਜੇ ਅਸੀਂ ਹਰਿਆਣੇ ਦੀ ਗੱਲ ਕਰਦੇ ਹਾਂ ਤਾਂ ਹਰਿਆਣੇ ਦੇ ਵਿੱਚ ਵੀ ਜਗਦੀਸ਼ ਝੀਂਡਾ ਨੂੰ ਨੋਮੀਨੇਟ ਕਰਨ ਤੋਂ ਬਾਅਦ ਇੱਕਦਮ ਇੱਦਾਂ ਲੱਗਦਾ ਵੀ ਉੱਥੇ ਵੀ ਸਿਆਪਾ ਜਿਹਾ ਚੱਲ ਗਿਆ। ਹਰ ਕੋਈ ਪ੍ਰਧਾਨਗੀ ਦੀ ਜਿਹੜਾ ਆ ਉਹ ਦੌੜ ਦੇ ਪਿੱਛੇ ਨੱਠਿਆ ਜਾਣ ਡਿਆ। ਇੰਟਰਨਲ ਪੋਲਿਟਿਕਸ ਹੈ। ਆਪਾਂ ਪਹਿਲਾਂ ਵੀ ਕਦੀ ਵਾਰ ਗੱਲ ਕੀਤੀ ਹੈ ਕਿ ਜਦੋਂ ਧਰਮ, ਜਿੰਨਾ ਚਿਰ ਧਰਮ ਹੁੰਦਾ ਨਾ, ਜਦੋਂ ਉਹਦੇ ਵਿੱਚ ਪ੍ਰਧਾਨਗੀ ਆ ਜਾਂਦੀ ਹੈ ਨਾ, ਤਾਂ ਫਿਰ ਉਹੀ ਪ੍ਰਧਾਨਗੀ ਵਾਲੀ ਗੱਲ ਆ ਜਿਹੜੀ ਕਿਸੇ ਪੋਲੀਟੀਕਲ ਪਾਰਟੀ ਦੀ ਹੋਵੇ, ਉਹੀ ਪ੍ਰਧਾਨਗੀ ਆ ਕਿਸੇ ਗੈਂਗਸਟਰ ਜਿਹੜਾ ਗਰੁੱਪ ਹੈ ਉਹਦੀ ਪ੍ਰਧਾਨਗੀ ਲਈ ਹੁੰਦਾ ਆ ਵੀ ਅਸੀਂ ਇੱਕ ਦੂਸਰੇ ਦੇ ਕਾਲਰ ਫੜਨ ਤੱਕ ਜਾਂਦੇ ਹਾਂ। ਅਸੀਂ ਨਹੀਂ ਪਰਹੇਜ਼ ਕਰਦੇ ਵੀ ਇਹ ਤਾਂ ਗੁਰੂ ਸਾਹਿਬਾਨ ਦਾ ਕੰਮ ਆ। ਤੁਸੀਂ ਦੇਖਿਆ ਹੋਣਾ ਪਿੱਛੇ ਜਦੋਂ ਆਪਾਂ ਗੱਲ ਕਰਦੇ ਸੀ, ਤੁਸੀਂ ਮੈਨੂੰ ਦੱਸੀ ਸੀ ਉਹ ਖਬਰ, ਤੇ ਫਿਰ ਆਪਾਂ ਖਬਰ ਜਦੋਂ ਇੱਕਦਮ ਦੇਖੀ, ਫਲੈਸ਼ ਹੋਈ ਕਿ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ, ਫਰੀਦਕੋਟ ਦਾ ਗੁਰਦੁਆਰਾ ਸਾਹਿਬ ਸੀਗਾ, ਉੱਥੇ ਪ੍ਰਧਾਨਗੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਹੀ ਉਹਨਾਂ ਨੇ ਆਪਣੇ ਗਲਾਵੇ ਫੜ ਲਏ, ਹੈ ਨਾ। ਇਦੋਂ ਵੱਡੀ ਬੇਅਦਬੀ ਤੁਸੀਂ ਕਿਹੜੀ ਕਰਦੇ ਹੋ, ਹੈ ਨਾ। ਤੁਸੀਂ ਇਹ ਉਹਨੂੰ ਬੇਅਦਬੀ ਕਹਿੰਦੇ ਹੋ ਜਿਹੜੇ ਸਾਡੇ ਜਿਹੜੇ ਅੰਗ ਪਾੜ ਕੇ ਸੁੱਟ ਦਿੱਤੇ, ਉਹ ਤਾਂ ਬੇਅਦਬੀ ਹੈ ਹੀ। ਪਰ ਤੁਸੀਂ ਸੋਚੇ ਸਮਝੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਿੱਥੇ ਅਸੀਂ ਨਤਮਸਤਕ ਹੁੰਦੇ ਹਾਂ, ਸਾਡਾ ਸਿਰ ਸਜਦਾ ਹੁੰਦਾ ਆ, ਅਸੀਂ ਕਹਿੰਦੇ ਹਾਂ ਵੀ ਨਹੀਂ, ਇਹ ਸਾਡੇ ਲਈ ਪਵਿੱਤਰ ਤੇ ਪਾਕ ਜਗ੍ਹਾ ਆ। ਤੁਸੀਂ ਉਸ ਪਾਕ ਪਵਿੱਤਰ ਜਗ੍ਹਾ ਦੇ ਉੱਤੇ ਜਾ ਕੇ ਫੜਦੇ। ਮੈਨੂੰ ਲੱਗਦਾ ਇਹਨਾਂ ਦਾ ਇੱਦਾਂ ਦੇ ਲੋਕਾਂ ਤੋਂ ਤਾਂ ਗੁਰਦੁਆਰਾ ਸਾਹਿਬ ਉੱਥੋਂ ਚੱਕ ਲੈਣਾ ਚਾਹੀਦਾ, ਉਹਨਾਂ ਦੇ ਪਿੰਡਾਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹਨੂੰ ਕਹਿਣਾ ਚਾਹੀਦਾ ਵੀ ਜਦੋਂ ਤੁਹਾਨੂੰ ਅਕਲ ਆ ਗਈ ਅਸੀਂ ਉਦੋਂ ਤੁਹਾਨੂੰ ਵਾਪਸ ਦੇ ਦੇਵਾਂਗੇ। ਤੁਸੀਂ ਦੇਖੋ ਖਹਿਰਾ ਸਾਹਿਬ ਜੀ, ਤੁਹਾਨੂੰ ਯਾਦ ਹੋਵੇ ਪੁਰਾਣੀ ਘਟਨਾ ਹੈ, ਇੱਕ ਵਾਰੀ ਦਰਬਾਰ ਸਾਹਿਬ ਦੀ ਪਰਿਸਰ ਦੇ ਵਿੱਚ ਵੀ ਇਹ ਘਟਨਾ ਵਾਪਰ ਚੁੱਕੀ ਹੈ ਕਿ ਉੱਥੇ ਵੀ ਝਗੜਾ ਹੋਇਆ ਔਰ ਹੱਥੋਂ ਪਾਈ ਹੋ ਗਏ। ਤੁਸੀਂ ਦੂਰ ਕੀ ਜਾਣਾ, ਥੋੜੇ ਦੇਰ ਪਹਿਲਾਂ ਦੀ ਗੱਲ ਕਰ ਲਓ, ਜਦੋਂ ਆਪਾਂ ਗੱਲ ਕਰਦੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਾਂਜੀ, ਉੱਥੇ ਵੀ ਇਦਾਂ ਹੀ ਹੋਇਆ। ਉੱਥੇ ਵੀ ਇਦਾਂ ਹੀ ਹੋਇਆ, ਪ੍ਰਕਾਸ਼ ਹੋਣ ਡਿਆ, ਕੀਰਤਨ ਚੱਲ ਰਿਹਾ ਜੀ, ਉੱਥੇ ਵਿੱਚ ਆਪਸ ਦੇ ਵਿੱਚ ਫਸ ਗਏ। ਹੁਣ ਦੇਖੋ, ਅਸੀਂ ਕੋਈ ਔਕਾਤ ਨਹੀਂ ਰੱਖਦੇ, ਮਤਲਬ ਮੈਂ ਇਹ ਭਾਸ਼ਾ ਦਾ ਇਸਤੇਮਾਲ ਕਰ ਰਿਹਾ, ਜਿੱਥੇ ਗੁਰੂ ਸਾਹਿਬ ਬੈਠੇ ਨੇ, ਜਿੱਥੇ ਗੁਰੂ ਸਾਹਿਬ ਦੀ ਹਜ਼ੂਰੀ ਹੈ, ਜਿੱਥੇ ਦਰਬਾਰ ਸਾਹਿਬ ਹੈ, ਜਿੱਥੇ ਪ੍ਰਕਾਸ਼ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਉੱਥੇ ਅਸੀਂ ਕੋਈ ਔਕਾਤ ਨਹੀਂ ਰੱਖਦੇ ਔਰ ਅਸੀਂ ਉੱਥੇ ਆਪਣੇ ਆਪ ਨੂੰ ਵੱਡਾ ਕਹਿੰਦੇ ਹਾਂ ਔਰ ਇੱਕ ਦੂਜੇ ਨਾਲ ਲੜਦੇ ਹਾਂ ਕਿ ਮੈਂ ਇਸ ਪੋਜੀਸ਼ਨ 'ਤੇ, ਮੈਂ ਇਸ ਪੋਜੀਸ਼ਨ 'ਤੇ। ਹੁਣ ਜਿਹੜਾ ਇਹ ਮਾਮਲਾ ਹੈ, ਠੀਕ ਹੈ, ਇਹ ਮਾਮਲਾ ਜੋ ਐਕਟ ਹੈ ਉਹ ਆਪਣੀ ਥਾਂ ਦੇ ਉੱਤੇ, 1966 ਦੇ ਵਿੱਚ ਵੀ ਜਿਹੜਾ ਪੰਜਾਬ ਦਾ ਬਟਵਾਰਾ ਹੋਇਆ ਉਦੋਂ ਵੀ ਐਕਟ ਦੇ ਵਿੱਚ ਜੋ ਵੀ ਸੋਧ ਹੋਏਗੀ ਉਹ ਵੀ ਆਪਣੀ ਥਾਂ ਦੇ ਉੱਤੇ ਹੈ। ਹੁਣ ਇਹ ਮਾਮਲਾ ਇਹ ਹੈ ਕਿ ਬੈਠ ਕੇ ਨਜਿੱਠਣ, ਕਿਉਂਕਿ ਧਰਮ ਦਾ ਮਾਮਲਾ, ਇਹਨੂੰ ਸਿਆਸੀ ਰੂਪ ਨਾ ਦਿੱਤਾ ਜਾਵੇ। ਹੁਣ ਤੁਸੀਂ ਦੇਖੋ, ਕੇਂਦਰ ਦੇ ਕੋਲੇ ਮਾਮਲਾ ਜਾਏਗਾ, ਉੱਥੋਂ ਕਿਸ ਰੂਪ ਦੇ ਉੱਤੇ ਆਉਂਦਾ ਹੈ ਪਤਾ ਨਹੀਂ। ਪੰਜਾਬ ਪਹਿਲਾਂ ਹੀ ਟਾਰਗੇਟ 'ਤੇ ਰਹਿੰਦਾ। ਥੋੜ੍ਹੇ ਦਿਨ ਪਹਿਲਾਂ ਆਪਾਂ ਗੱਲਾਂ ਦੇਖੀਆਂ, ਦਸਤਾਰਬੰਦੀ ਦੇ ਉੱਤੇ ਵੀ ਗੱਲਬਾਤ ਹੋਈ ਹੈ, ਇਹ ਵੀ ਆਪਾਂ ਦੇਖੀ ਹੈ। ਟੋਟਲ ਜੋ ਮਾਹੌਲ ਬਣਿਆ ਹੋਇਆ ਹੈ ਬਹੁਤ ਸੈਂਸਿਟਿਵ ਬਣਿਆ ਹੋਇਆ ਹੈ। ਇਸ ਕਰਕੇ ਧਾਮੀ ਸਾਹਿਬ ਖੁਦ ਕਾਨੂੰਨੀ ਦਿਮਾਗ ਨੇ, ਇਸ ਮਾਮਲੇ ਨੂੰ ਸਮਝਦੇ ਹੋਏ ਬੈਠ ਕੇ ਸ਼ਾਂਤੀ ਦੇ ਨਾਲ ਨਜਿੱਠਿਆ ਜਾਵੇ। ਝੀਂਡਾ ਸਾਹਿਬ ਹੁਣ ਆ ਗਏ ਨੇ ਉਹਨਾਂ ਦੀ ਥਾਂ ਦੇ ਉੱਤੇ, ਦਾਦੂਵਾਲ ਸਾਹਿਬ ਦੀ ਥਾਂ ਦੇ ਉੱਤੇ, ਇਹ ਮਾਮਲਾ ਬਹੁਤ ਸੈਂਸਿਟਿਵ ਹੈ। ਬਾਕੀ ਇਹ ਆਪਾਂ ਇੱਦਾਂ ਲੱਗਦਾ ਹੁੰਦਾ ਨਾ ਕਿ ਜਿੱਦਾਂ ਹੁਣ ਆਪਾਂ ਇੱਥੇ ਬੈਠ ਕੇ ਗੱਲ ਕਰ ਰਹੇ ਹਾਂ, ਪੋਲੀਟੀਕਲ ਮਾਮਲੇ ਹੋਣ ਤਾਂ ਉਹਨਾਂ ਤੋਂ ਇੰਨਾ ਡਰ ਨਹੀਂ ਲੱਗਦਾ, ਕਿਉਂਕਿ ਸਾਨੂੰ ਪਤਾ ਪੋਲੀਟੀਕਲ ਲੋਕਾਂ ਦੀ ਜਿਹੜੀ ਇੱਕ ਜਿਹੜਾ ਉਹ ਇਨਫਲੂਐਂਸ ਆ ਉਹ ਕਿੰਨਾ ਕੁ ਤੱਕ ਦੂਰ ਤੱਕ ਚਲੇ ਜਾਊਗਾ। ਪਰ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਨਾ, ਤੇ ਧਰਮ ਅਜਿਹੀ ਆਪਾਂ ਕਹਿ ਲਈਏ ਕਿ ਚੀਜ਼ ਆ ਜਿਹੜੀ ਹਰ ਕਿਸੇ ਨੂੰ ਪ੍ਰਭਾਵਿਤ ਕਰਦੀ ਆ, ਚਾਹੇ ਉਹ ਸਿੱਧੇ ਚਾਹੇ ਅਸਿੱਧੇ ਤਰੀਕੇ ਦੇ ਨਾਲ। ਉਹਦਾ ਪ੍ਰਭਾਵ ਕਰਨਾ ਹੀ ਬਹੁਤ ਖਤਰਨਾਕ ਹੁੰਦਾ। ਇੱਦਾਂ ਲੱਗਦਾ ਅਸੀਂ ਨੰਗੀਆਂ ਤਾਰਾਂ ਨਾਲ ਫੜ ਲਈਆਂ, ਕਿਉਂਕਿ ਹਰ ਕਿਸੇ ਦਾ ਇੱਕ ਆਪਣਤ ਜੁੜੀ ਆ। ਇੱਕ ਬੜੀ ਸੋਹਣੀ ਕਹਾਣੀ 1984 ਦੇ ਉੱਤੇ ਆ ਵੀ
ਕੁੜੀ ਜਿਹੜੀ ਹੈ ਉਹ ਕਹਿੰਦੇ ਜੀ ਜਦੋਂ 1984 ਦੀ ਘਟਨਾ ਵਾਪਰਦੀ ਹੈ, ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ ਤੇ ਉਹ ਇੱਕ ਫੋਟੋ ਕੰਧ ਤੇ ਲੱਗੀ ਆ ਜੀ ਦਰਬਾਰ ਸਾਹਿਬ ਤੇ। ਪਹਿਲਾਂ ਉਹ ਰੋਜ਼ ਸਵੇਰੇ ਉੱਠਦੀ ਆ, ਹੱਸਦੀ ਆ, ਖੇਡਦੀ ਆ। ਜਿੱਦਣ ਹਮਲੇ ਦਾ ਪਤਾ ਲੱਗਦਾ ਹੈ ਤੇ ਉਹ ਦਰਬਾਰ ਦੇ ਉੱਤੇ ਉਹ ਵੇਖੀ ਜਾਂਦੀ, ਹਿੰਦੂਆਂ ਦੀ ਕੁੜੀ ਆ। ਉਸ ਤੋਂ ਬਾਅਦ ਉਹ ਹੱਸੀ ਨਹੀਂ, ਰੋਜ਼ ਹੱਸਣਾ ਖੇਲਣਾ ਉਹਦਾ ਖਤਮ ਹੋ ਜਾਂਦਾ। ਉਹਨੂੰ ਲੱਗਦਾ ਕਿ ਇਹ ਤਾਂ ਸਾਡੇ ਨਾਲ ਕੀ ਹੋ ਗਿਆ। ਦਰਬਾਰ ਸਾਹਿਬ ਇਦਾਂ ਦੀ ਸ਼ੈ ਆ ਜਿਹੜੀ ਪੂਰੇ ਪੰਜਾਬੀਆਂ ਦੀ, ਪੂਰੇ ਖਲਕਤ ਦੇ ਵਿੱਚ ਪਿਆਰ ਕਰਨ ਵਾਲੇ ਲੋਕਾਂ ਦੀ ਆ। ਮੈਂ ਕੱਲ੍ਹ ਹੀ ਖਬਰ ਜਿਹੜੀ ਬੜੀ ਉਹ ਐਂਟਰਟੇਨਮੈਂਟ ਵਾਲੀ ਖਬਰ ਸੀ ਤੇ ਬੜੇ ਮਤਲਬ ਹੁਣ ਅੱਲੂ ਅਰਜਨ ਸਾਊਥ ਦਾ ਐਡਾ ਮੰਨਿਆ ਪਰਮੰਨਿਆ ਜਿਹੜਾ ਐਕਟਰ ਹੈ ਯੈਸ, ਉਹ ਉਹਦੀ ਘਰ ਵਾਲੀ ਦਾ ਜਨਮ ਦਿਨ ਹੈ ਤੇ ਉਹ ਚੇਚੇ ਤੌਰ ਦੇ ਉੱਤੇ ਆਪਣੀ ਘਰ ਵਾਲੀ ਨੂੰ ਸ਼੍ਰੀ ਦਰਬਾਰ ਸਾਹਿਬ ਆਪਣੇ ਸਮੂਹ ਪਰਿਵਾਰ ਦੇ ਨਾਲ ਮੱਥਾ ਟਿਕਾਉਣ ਦੀ ਲੈ ਕੇ ਆਇਆ। ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਅਕੀਦਾ ਕਿੱਥੇ ਦੂਰ ਤੱਕ ਆ, ਕਿਹਦਾ ਜਿਹੜੀ ਸ਼ਰਧਾ ਆ। ਤੇ ਇਹ ਸ਼ਰਧਾ ਜਦੋਂ ਕਦੀ ਟੁੱਟਦੀ ਹੈ ਨਾ ਤੇ ਫਿਰ ਬਹੁਤ ਦੁੱਖ ਹੁੰਦਾ ਆ ਲੋਕਾਂ ਨੂੰ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ। ਸੋ ਸਾਡੇ ਤੋਂ ਲੋਕੀ ਸਿੱਖਿਆ ਲੈਂਦੇ ਨੇ, ਚਾਹੇ ਵੀ ਸਾਡਾ ਇੱਕ ਕਮਿਊਨਿਟੀ ਚੱਲਦਾ ਜਿਹਨੂੰ ਅਸੀਂ ਕਮਿਊਨਿਟੀ ਕਿਚਨ ਅੰਗਰੇਜ਼ੀ 'ਚ ਕਹਿੰਦੇ ਆ ਕਿ ਲੰਗਰ ਵਰਤਦਾ ਆ ਤੇ ਬੇਸ਼ੁਮਾਰ ਵਰਤਦਾ ਹੈ ਨਾ। ਉਹ ਸਾਡੇ ਤੋਂ ਸਿੱਖਿਆ ਰਹਿੰਦੇ ਵੀ ਕਿੱਦਾਂ ਦੇ ਲੋਕ ਆ ਜੀ, ਕਿੰਨੇ ਮੈਨੇਜ ਕਰਦੇ ਆ। ਹੁਣ ਉੱਥੇ ਹੋਇਆ ਤੇ ਖਾਲਸਾ ਏਡ ਵਾਲੇ ਪਹੁੰਚ ਗਏ ਪਾਕਿਸਤਾਨ, ਲੋਕੀ ਉਹਨਾਂ ਦੇ ਵੀਡੀਓ ਬਣਾ ਕੇ ਪਾਉਂਦੇ ਫੇਸਬੁੱਕ ਤੇ ਵੀ ਬਈ ਇਹ ਬਾਬੇ ਨਾਨਕ ਦੇ ਮੁੰਡੇ ਆ, ਬਾਬੇ ਨਾਨਕ ਇਹ ਬਾਬੇ ਨਾਨਕ ਨੇ। ਮਤਲਬ ਸਾਡਾ ਦੁਨੀਆ ਦੇ ਵਿੱਚ ਬੋਲ ਚਾਲ ਆ, ਪਰ ਅਸੀਂ ਆਪਣੇ ਕਦੀ ਇੱਥੇ ਪ੍ਰਧਾਨਗੀ ਨੂੰ ਲੈ ਕੇ ਲੜਕ ਜਾਂਦੇ ਆ, ਕਦੀ ਸਾਨੂੰ ਟਕਸਾਲਾਂ ਤੋਂ ਲੜਾਈਆਂ ਹੋ ਜਾਂਦੀਆਂ, ਕਦੀ ਅਸੀਂ ਇਹ ਚੀਜ਼ਾਂ ਨੁਕਸਾਨ ਵਾਲੀਆਂ, ਬਹੁਤ ਜ਼ਿਆਦਾ ਨੁਕਸਾਨ ਵਾਲੀਆਂ ਨੇ। ਜਿੱਦਾਂ ਤੁਸੀਂ ਘਟਨਾ ਦਾ ਜ਼ਿਕਰ ਕੀਤਾ ਹੈ, ਮੈਂ ਇੱਕ ਬਰੀਫ ਜਿਹੀ ਘਟਨਾ ਦੱਸਦਾ। ਮੈਂ ਹਰਿਮੰਦਰ ਸਾਹਿਬ ਗਿਆ ਸੀ ਦਰਸ਼ਨ ਕਰਨ ਤੇ ਮੈਨੂੰ ਉੱਥੇ ਦੱਸਿਆ ਗਿਆ, ਮਤਲਬ 2 ਦਿਨ ਪਹਿਲਾਂ, ਮੇਰੇ ਜਾਣ ਤੋਂ 2 ਦਿਨ ਪਹਿਲਾਂ ਮੁੰਬਈ ਤੋਂ ਆਏ ਸੀ ਕੋਈ ਉੱਥੇ ਬਹੁਤ ਵੱਡੇ ਆਫਿਸਰ ਆਏ ਸੀਗੇ ਔਰ ਉਹ ਸ਼ਾਇਦ ਲਾਅ ਆਫਿਸਰ ਸੀਗੇ। ਉੱਥੇ ਆਏ ਤੇ ਕਹਿੰਦੇ ਉਹਨਾਂ ਨੇ ਦੱਸਿਆ ਕਿ ਮੈਂ ਪਹਿਲੀ ਵਾਰ ਆਇਆ ਤੇ ਜਦੋਂ ਪੌੜੀਆਂ ਉਤਰ ਕੇ ਥੱਲੇ ਗਏ ਨੇ ਤੇ ਸਾਹਮਣੇ ਜਦੋਂ ਦਰਸ਼ਨ ਕਰਦੇ ਪਏ ਨੇ ਸਰੋਵਰ ਦੇ ਵਿੱਚ, ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਕਹਿੰਦੇ ਉੱਥੇ ਬਹਿ ਕੇ ਭੁੱਬਾਂ ਮਾਰ ਕੇ ਰੋ ਪਏ। ਤੇ ਲੋਕੀ ਦੇਖਣ ਗਏ, ਕੋਈ ਕੋਲ ਤਾਂ ਨਹੀਂ ਜਾਏਗਾ ਵੀ ਕੀ ਹੋ ਗਿਆ, ਉਹਨਾਂ ਦੀ ਫੈਮਿਲੀ ਵੀ ਨਾਲ। ਤੇ ਕਹਿੰਦੇ ਜਦੋਂ ਕੰਟਰੋਲ ਕੀਤਾ ਨਾ, ਕਹਿੰਦੇ ਸਾਰੀ ਜ਼ਿੰਦਗੀ ਰੋਲ ਦਿੱਤੀ ਦਫ਼ਤਰਾਂ ਦੇ ਵਿੱਚ, ਫਾਈਲਾਂ ਦੇ ਵਿੱਚ, ਦਬਕੇ ਮਾਰ, ਪਾਵਰ ਸ਼ੋ ਕਰ, ਉਹਦੇ ਖਿਲਾਫ ਐਕਸ਼ਨ, ਸਾਰੀ ਜ਼ਿੰਦਗੀ ਇਹੀ ਕਰਦੇ ਰਹੇ। ਇੱਥੇ ਆ ਕੇ ਅੱਖਾਂ ਖੁੱਲੀਆਂ ਨੇ, ਜ਼ਿੰਦਗੀ ਕਹਿੰਦੇ ਕਿਹਨੂੰ ਨੇ। ਕਹਿੰਦੇ ਉੱਥੇ ਬੈਠੇ ਔਰ ਉਹਨਾਂ ਨੇ ਸਪੈਸ਼ਲੀ ਇੱਥੋਂ ਛੁੱਟੀ ਫਾਰਵਰਡ ਕੀਤੀ ਕਿ ਮੈਂ 2-4 ਦਿਨ ਇੱਥੇ ਰਹੂੰਗਾ ਫਿਰ ਵਾਪਸ ਆਊਂਗਾ। ਮਤਲਬ ਇੱਦਾਂ ਮਨ ਪਰਿਵਰਤਨ, ਹਿਰਦੇ ਪਰਿਵਰਤਨ ਜਿਹਨੂੰ ਆਪਾਂ ਕਹਿੰਦੇ ਆ, ਦੇਖਣ ਸਾਰ, ਦਰਸ਼ਨ ਕਰਨ ਸਾਰ ਹੀ ਟਰਾਂਸਫੋਰਮੇਸ਼ਨਸ ਹੋ ਜਾਂਦੀਆਂ ਨੇ। ਜਿਹੜੇ ਉੱਥੇ ਰਹਿੰਦੇ ਨੇ ਉਹ ਕਿਉਂ ਇੱਦਾਂ ਦੇ ਕੰਮ ਕਰਨ ਕਿ ਜਿਹਦੇ ਨਾਲ ਸਭ ਜਗ੍ਹਾ ਦੇ ਉੱਤੇ ਮਤਲਬ ਚਰਚੇ ਹੋ ਜਾਣ ਕਿ ਆਹ ਕੀ ਹੋ ਗਿਆ। ਵਾਕਈ ਹੈ ਨਾ। ਚਲੋ ਅੱਗੇ ਵਧਦੇ ਹਾਂ, ਆਪਾਂ ਅੱਗੇ ਵਧਦੇ ਕਿਉਂਕਿ ਇਹ ਸੰਵੇਦਨਸ਼ੀਲ ਆ, ਅਸੀਂ ਸਾਰੇ ਇਮੋਸ਼ਨਲ ਆ ਵਾਕਈ, ਔਰ ਸ਼ਬਦ ਨਹੀਂ ਹੁੰਦੇ ਪਰ ਅੰਦਰੋਂ ਦਿਲ ਰੋਂਦਾ ਕਿ ਆਹ ਕੀ ਹੋ ਰਿਹਾ। ਆਪਾਂ ਅੱਗੇ ਚੱਲਦੇ ਹਾਂ। ਦਿਲ ਦੂਸਰੀ ਗੱਲ ਵਾਸਤੇ ਵੀ ਰੋਂਦਾ ਕਿ ਵਿਧਾਨ ਸਭਾ ਦੇ ਵਿੱਚ ਇਜਲਾਸ, ਤੀਜਾ ਦਿਨ ਹੰਗਾਮਾ, ਨਾਅਰੇਬਾਜ਼ੀ, ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨਾਅਰੇਬਾਜ਼ੀ, ਕਾਂਗਰਸ ਵੀ ਨਾਅਰੇਬਾਜ਼ੀ। ਇੱਥੋਂ ਤੱਕ ਭਾਸ਼ਾ ਯੂਜ਼ ਹੁੰਦੀ ਪਈ ਆ ਕਿ ਜਦੋਂ ਤੱਕ ਇਹ ਕੰਨ ਫੜ ਕੇ ਮਾਫੀ ਨਹੀਂ ਮੰਗਦੇ, ਜੇ ਮੈਨੂੰ ਮਿਲਣ ਆਉਣਗੇ ਜੁੱਤੀਆਂ ਦਾ ਹਾਰ ਪਾਓ। ਮਤਲਬ ਇਹ ਵਿਧਾਇਕ ਦੀ ਭਾਸ਼ਾ ਹੈ। ਔਰ ਸਪੀਕਰ ਸਾਹਿਬ ਕਹਿ ਰਹੇ ਨੇ ਹੁਣ ਮੰਡੇ ਤੱਕ ਮੁਲਤਵੀ ਹੋ ਗਈ ਹੈ, ਪੋਸਟਪੋਨ ਕੀਤੀ ਹੈ ਕਿ ਬਈ ਮੰਡੇ ਤੋਂ ਤਿਆਰੀ ਕਰਕੇ ਆਓ, ਆਹ ਕੰਮ ਨਾ ਕਰੋ, ਟਾਈਮ ਬਰਬਾਦ ਹੁੰਦਾ ਪਿਆ, ਲੋਕਾਂ ਦੇ ਮੁੱਦੇ ਨੇ। ਗੱਲ ਕੀ ਆ, ਸ਼ੁਰੂ ਤੋਂ ਦੇਖਿਆ ਓਪੋਜੀਸ਼ਨ ਵੀ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਹੈ ਜਿਹੜੇ ਮੁੱਦੇ ਅਸੀਂ ਕਹਿੰਦੇ ਆ ਕਿ ਹੁਣ ਉਹ ਰਹੇ ਨਹੀਂ ਹੈਗੇ। ਫੌਜਾ ਸਿੰਘ ਸਰਾਹੀ ਦਾ ਮੁੱਦਾ ਆਪਣੇ ਪੋਲੀਟੀਕਲ ਮਾਈਲੇਜ ਦੇ ਲਈ ਤੁਸੀਂ ਰੋਜ਼ ਚੱਕਦੇ ਹੋ। ਤੁਸੀਂ ਕਿਉਂ ਨਹੀਂ ਉਹਦੇ ਤੇ ਬਾਹਰ, ਸੰਸਦ ਤੋਂ ਬਾਹਰ ਆ ਕੇ, ਵਿਧਾਨ ਸਭਾ ਤੋਂ ਬਾਹਰ ਆ ਕੇ ਗੱਲ ਕਰ ਲੈਂਦੇ? ਕਿਉਂ ਨਹੀਂ ਤੁਸੀਂ ਉਹਦੇ ਤੇ ਧਰਨਾ ਲਾ ਲੈਂਦੇ? ਕਿਉਂ ਨਹੀਂ ਤੁਸੀਂ ਉਹਦੇ ਲਈ ਪੁੱਛ ਪੜਤਾਲ ਕਰਦੇ? ਇਹ ਵੀ ਕਿਤੇ ਨਾ ਖੋਗੇ ਆ। ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਫੌਜਾ ਸਿੰਘ ਸਰਾਹੀ ਦੀ ਗੱਲ ਦੇ ਉੱਤੇ ਸਾਡੇ ਸੀਐਮ ਸਾਹਿਬ ਨੇ ਕਹਿ ਦਿੱਤਾ, ਅੱਜ ਤੋਂ ਚਲੋ ਸੰਸਦ ਵਿਧਾਨ ਸਭਾ ਦੇ ਵਿੱਚ ਹੈ ਹੀ ਨਹੀਂ ਸੀਗੇ। ਅੱਛਾ, ਇਹ ਵੀ ਕਹੀ ਜਾਣ, ਮੈਨੂੰ ਇਹ ਨਹੀਂ ਸਮਝ ਆਉਂਦਾ ਪਿੱਛੋਂ ਇਹ ਵੀ ਕਹੀ ਜਾਣ ਕਿ ਸੀਐਮ ਸਾਹਿਬ ਜਦੋਂ ਤੱਕ ਆਪ ਮਾਫੀ ਨਹੀਂ ਮੰਗਦੇ, ਖੜੇ ਹੋ ਕੇ ਉਹਨਾਂ ਨੂੰ ਮਾਫੀ, ਤੁਹਾਨੂੰ ਪਤਾ ਤੇ ਕਰ ਲਓ ਸੀਐਮ ਸਾਹਿਬ ਆਏ ਆ ਕਿ ਨਹੀਂ ਆਏ ਵਿਧਾਨ ਸਭਾ, ਤੁਸੀਂ ਵੀ ਤਾਂ ਉੱਥੇ ਬੈਠੇ ਆ। ਗੱਲ ਤਾਂ ਇਹੀ ਹੈ, ਜਦੋਂ ਸੀਐਮ ਸਾਹਿਬ ਨੂੰ ਦੇਖਦੇ ਨੇ ਉਦੋਂ ਨਾਅਰੇਬਾਜ਼ੀ ਸ਼ੁਰੂ ਹੋ ਜਾਂਦੀ ਹੈ ਔਰ ਵਿਧਾਨ ਸਭਾ ਚੱਲਦੀ ਪਈ ਹੈ, ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਏ ਨੇ ਔਰ ਅੰਦਰਲੀਆਂ ਗੱਲਾਂ ਬਾਹਰ ਦੱਸਦੇ ਔਰ ਇਹਨਾਂ ਨੂੰ 0R ਦਾ ਮਤਲਬ ਸ਼ਾਇਦ ਸਮਝਾਉਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਦੋਨਾਂ ਨੂੰ ਹੀ। ਬਿਲਕੁਲ 0R ਦਾ ਮਤਲਬ ਅਸੀਂ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨੀ ਹੈ ਜਿਹੜੇ ਪੰਜਾਬ ਨੂੰ ਦਰਪੇਸ਼ ਮੁੱਦੇ ਨੇ। ਐਗਜ਼ੈਕਟਲੀ ਸਪੀਕਰ ਸਾਹਿਬ ਨੇ ਇਹ ਕਿਹਾ ਕਿ ਲੋਕਾਂ ਦੇ ਚੁੱਲ੍ਹਿਆਂ 'ਚ ਅੱਗ ਨਹੀਂ ਬਲਦੀ ਪਈ, ਰੋਟੀ ਦਾ ਮਸਲਾ ਖੜਾ ਹੋਇਆ ਤੇ ਤੁਸੀਂ ਪੈਸੇ ਜ਼ਾਇਆ ਕਰਦੇ ਪਏ ਹੋ, ਟੈਕਸ ਮਨੀ ਦੇ ਤੁਸੀਂ ਸਾਰਾ ਸਮਾਂ ਬਰਬਾਦ ਕਰਦੇ ਪਏ ਹੋ।
ਮੁੱਦੇ ਚੁੱਕਣ ਦੀ ਬਜਾਏ ਤੁਸੀਂ ਆਪਸ 'ਚ ਖਹਿਬਾਜ਼ੀ ਲੱਗੇ ਹੋਏ ਹੋ, ਆਪਸ ਦੇ ਵਿੱਚ ਇੱਕ ਦੂਜੇ ਨੂੰ ਸੀਐਮ ਸਾਹਿਬ ਕਹਿ ਰਹੇ ਨੇ ਅਮਰਿੰਦਰ ਸਿੰਘ ਜੀ ਨੂੰ ਨਕਲੀ ਸੀਐਮ ਸੀਗੇ ਕਾਂਗਰਸ ਦੇ, ਬ੍ਰੈਕਟ ਦੇ ਵਿੱਚ ਕਾਂਗਰਸ ਆਈ ਨੂੰ ਹਟਾ ਕੇ ਕਾਂਗਰਸ ਦੇ ਆਈ ਦੀ ਜਗ੍ਹਾ ਦੇ ਉੱਤੇ ਭਾਜਪਾ ਲਿਖ ਲੈਣ। ਬੀਜੇਪੀ ਦੇ ਸੀ ਬੰਦੇ, ਉਹ ਬੀਜੇਪੀ ਵਾਸਤੇ ਕੰਮ ਕਰ ਰਹੇ ਸੀ, ਹੁਣ ਜਾ ਕੇ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਪਹਿਲਾਂ ਵੀ ਬੀਜੇਪੀ ਦੇ ਸੀ ਨਕਲੀ ਸੀਐਮ। ਮਤਲਬ ਇਦਾਂ ਦੇ ਸ਼ਬਦ ਨਹੀਂ ਦੇਖੋ, ਮੈਂ ਪਹਿਲਾਂ ਹੀ ਕਹਿਤਾ ਵੀ ਦੋਨੇ ਧਿਰਾਂ ਘੱਟ ਨਹੀਂ ਗਲਤ ਨੇ, ਹੈਨਾ। ਤੁਸੀਂ ਤੁਹਾਡੇ ਕੋਲੇ 92 ਵਿਧਾਇਕ ਆ, ਤੁਸੀਂ ਆਪਣੀ ਕਾਰਵਾਈ ਕਰੋ ਤਾਂ, ਹੈਨਾ। ਜੇ ਫਿਰ ਬੀਜੇਪੀ ਵਾਲਿਆਂ ਦਾ ਤੁਸੀਂ ਪਹਿਲੇ ਦਿਨ ਦੇਖੋ, ਉਹਨਾਂ ਨੇ ਬਾਹਰ ਸੰਸਦ ਲਾਈ ਵੀ, ਅੰਦਰ ਸੰਸਦ ਲਾਉਣ ਨਹੀਂ ਸੀਗਾ। ਜੇ ਅੰਦਰ ਅਸੀਂ ਲੋਕ ਸਭਾ ਵਿਧਾਨ ਸਭਾ ਲਾਉਣ ਨਹੀਂ ਖੜੇ ਆ, ਉੱਥੇ ਤੁਸੀਂ ਕਿਉਂ ਨਹੀਂ ਡਿਸਕਸ਼ਨ ਕਰਨ ਦੇ? ਐਗਜ਼ੈਕਟਲੀ ਇਹ ਲੋਕ ਇਦਾਂ ਦੇ ਨੇ, ਸਿਰਫ ਜਿਹਨੂੰ ਪੋਲੀਟੀਕਲ ਮਾਈਲੇਜ ਕਹਿ ਲਈਏ ਵੀ ਅਸੀਂ ਕੋਈ ਗੱਲ ਹੋ ਜਾਵੇ ਅਸੀਂ ਉਹਦੇ ਪੋਲੀਟੀਕਲ ਮਾਈਲੇਜ ਲੈਣੀ ਆ, ਚਾਹੇ ਕੁਝ ਵੀ ਹੁੰਦਾ ਰਹੇ। ਗੱਲ ਇਹ ਹੈ ਨਾ, ਆਮ ਜਨਤਾ ਇਹ ਕਹਿੰਦੀ ਕਿ ਜੇ ਤੁਸੀਂ ਲੜਨਾ ਹੈ ਨਾ ਤੇ ਬਾਹਰ ਜਾ ਕੇ ਲੜ ਲਓ, ਚੰਗੀ ਤਰ੍ਹਾਂ ਲੜਾਈ ਕਰ ਲਓ ਆਪਣੀ, ਜਿਹੜੀ ਆਪਸ 'ਚ ਤੁਸੀਂ ਇੱਕ ਦੂਜੇ ਦੇ ਪ੍ਰਤੀ ਖਹਿਬਾਜ਼ੀ ਰੱਖਦੇ ਹੋ। ਪਰ ਜਦੋਂ ਵਿਧਾਨ ਸਭਾ 'ਚ ਆਏ ਹੋ ਤਾਂ ਰੱਬ ਦਾ ਵਾਸਤੇ ਜਿਹੜੇ ਮੁੱਦਿਆਂ ਵਾਸਤੇ ਤੁਹਾਨੂੰ ਅਸੀਂ ਚੁਣਿਆ ਨਾ, ਜਿਹੜੇ ਕੰਮ ਵਾਸਤੇ ਚੁਣਿਆ, ਉਹ ਕੰਮ ਕਰੋ, ਉਹ ਕਰਕੇ ਦਿਖਾਓ, ਸਾਡੇ ਮਸਲੇ ਹੱਲ ਕਰੋ। ਕਿੰਨੇ ਮਸਲੇ ਪਏ ਨੇ? 16 ਮੁੱਦੇ ਤੇ ਹੀ ਲੈ ਕੇ ਬੈਠੇ ਹੋਏ ਨੇ। ਉਸ ਤੋਂ ਇਲਾਵਾ ਕਿ ਸਿਰਫ 16 ਹੀ ਨੇ? ਪਤਾ ਨਹੀਂ ਕਿੰਨੇ ਕੁ ਮੁੱਦੇ ਨੇ। ਮੁੱਦਿਆਂ ਉੱਤੇ ਕੋਈ ਗੱਲ ਨਹੀਂ, ਕੋਈ ਮਾਹੌਲ ਨਹੀਂ ਬਣਦਾ ਪਿਆ, ਤੁਸੀਂ ਆਪਸ ਵਿੱਚ ਲੜੀ ਜਾਂਦੇ ਪਏ ਹੋ। ਠੀਕ ਹੈ, ਤੁਸੀਂ ਇੱਕ ਮਤਾ ਪਾਸ ਕਰਨਾ ਹੈ ਕਿ ਤੁਸੀਂ ਇਹ ਸਿੱਧ ਕਰਨਾ ਹੈ ਕਿ ਸਾਰੇ ਦੇ ਸਾਰੇ ਵਿਧਾਇਕ ਅਸੀਂ ਇਕੱਠੇ ਹਾਂ, ਆਪਰੇਸ਼ਨ ਲੋਟਸ ਦਾ ਜਵਾਬ ਦੇਣਾ, ਵਾਟ ਐਵਰ, ਤੁਸੀਂ ਸ਼ਕਤੀ ਪ੍ਰਦਰਸ਼ਨ ਕਰਨਾ, ਵਾਟ ਐਵਰ। ਲੇਕਿਨ ਲੋਕਾਂ ਦੀਆਂ ਤੇ ਇਹੀ ਉਮੀਦਾਂ ਨੇ, ਇਹੀ ਆਸਾਂ ਨੇ ਕਿ ਤੁਸੀਂ ਉਹਨਾਂ ਦੇ ਮਸਲੇ ਹੱਲ ਕਰੋਗੇ, ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰੋਗੇ। ਪਰ ਤੁਸੀਂ ਆਹ ਕਾਰਗੁਜ਼ਾਰੀ, ਆਹ ਤੁਹਾਡੇ ਬਾਰੇ ਖਬਰਾਂ ਆਉਂਦੀਆਂ ਪਈਆਂ ਨੇ, ਹੁਣ ਮੰਡੇ ਤੱਕ ਮੁਲਤਵੀ ਹੋ ਗਈ ਹੈ। 3 ਦਿਨਾਂ ਦਾ ਕੀ ਕੋਈ ਨਤੀਜਾ ਨਿਕਲਿਆ? ਬਿਲਕੁਲ ਨਹੀਂ। ਵੇਸਟੇਜ ਆਫ ਟਾਈਮ, ਵੇਸਟੇਜ ਆਫ ਮਨੀ। ਵਾਕਈ ਤੁਹਾਡੀ ਗੱਲ ਤੇ ਬਿਲਕੁਲ ਦੁਰਸਤ ਹੈ ਕਿ ਪਤਾ ਹੀ ਨਹੀਂ ਲੱਗਦਾ ਇਹਨਾਂ ਨੂੰ ਟ੍ਰੇਨਿੰਗ ਨਹੀਂ ਦੇਣੀ ਚਾਹੀਦੀ ਵੀ ਪਹਿਲਾਂ ਇਹਨਾਂ ਨੂੰ ਟ੍ਰੇਨਿੰਗ ਦਿਓ ਵਿਧਾਇਕ ਬਣਾਉਣ ਤੋਂ ਪਹਿਲਾਂ? ਇਦਾਂ ਹੀ ਚੱਲਦਾ ਇਹਨਾਂ ਨੂੰ ਨਾ, ਜਦੋਂ ਤੱਕ ਲੋਕੀ ਪੁੱਛਣ ਨਾ ਫਿਰ ਉਦੋਂ ਤੱਕ ਇਹ ਹਟਦੇ ਵੀ ਨਹੀਂ ਗਏ। ਚਲੋ ਆਪਾਂ ਅੱਗੇ ਵਧਦੇ ਹਾਂ। ਫਿਲਹਾਲ ਆਪਾਂ ਅੱਗੇ ਵਧਦੇ ਹਾਂ ਤੇ ਤਨਖਾਹਾਂ ਦਾ ਮਸਲਾ ਹੈ। PRTC ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਹੁਣ ਉਹ ਗੱਲਬਾਤ ਤਾਂ ਕਰ ਰਹੇ ਨੇ ਹਾਇਰ ਅਥਾਰਟੀਜ਼ ਦੇ ਨਾਲ, ਨਾਲੇ ਵੀ ਕਰ ਰਹੇ ਨੇ ਕਿ ਅਸੀਂ ਸੰਘਰਸ਼ ਵਾਸਤੇ ਜਾਵਾਂਗੇ ਜੇ ਇਹ ਸਾਡੀ ਗੱਲ ਨਾ ਮੰਨੀ ਗਈ। ਔਰ ਗੱਲ ਵੀ ਕੀ ਮੰਨਣੀ ਹੈ? ਤਨਖਾਹ ਤਾਂ ਮਿਲਣੀ ਚਾਹੀਦੀ। ਤਨਖਾਹ ਦੇਣ ਵਾਸਤੇ ਸਾਡਾ ਖਜ਼ਾਨੇ ਦਾ ਇਹ ਹਾਲ ਹੈ ਕਿ ਤਨਖਾਹਾਂ ਨਹੀਂ ਮਿਲਦੀਆਂ ਪਈਆਂ। ਦੇਖੋ, ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਜਦੋਂ ਪਿਛਲੇ ਮਹੀਨੇ ਦੀ ਆਪਾਂ ਗੱਲ ਕਰਦੇ ਹਾਂ ਤੇ ਉਦੋਂ ਵੀ ਬਹੁਤ ਤਨਖਾਹਾਂ ਲੇਟ ਹੋ ਗਿਆ ਸੀ ਸੰਜੀਵ ਜੀ। ਤੇ ਸੈਂਟਰ ਜਿਹੜੀ ਰਿਜ਼ਰਵ ਬੈਂਕ ਤੋਂ ਇਹਨਾਂ ਨੇ 30,000 ਕਰੋੜ ਰੁਪਇਆ ਜਿਹੜਾ ਲਿਆ ਸੀਗਾ ਵੀ ਅਸੀਂ ਆਪਣਾ ਸਿਸਟਮ ਚਲਾ ਲਈਏ। ਬਿਲਕੁਲ ਸਹੀ। ਵੈਸੇ ਇਹ ਗੱਲ ਪਹਿਲੀ ਵਾਰੀ ਨਹੀਂ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਪਹਿਲੀ ਵਾਰੀ ਲੇਟ ਹੋਈਆਂ ਹੋਣ। ਪਤਾ ਗੱਲ ਕੀ ਆ, ਇਹਨਾਂ ਦੇ ਵਿੱਚ ਜਿਹੜੇ ਮੁਲਾਜ਼ਮ ਆਪਾਂ ਕਹਿੰਦੇ ਕਿ ਸਰਕਾਰੀ ਆ, ਉਹਨਾਂ ਦੀਆਂ ਤਨਖਾਹਾਂ ਤੇ ਟਾਈਮ ਸਿਰ ਪਾ ਦਿੰਦੇ ਆ। ਜਿਹੜੇ ਮੁਲਾਜ਼ਮ ਕੰਟਰੈਕਟ ਦੇ ਉੱਤੇ ਰੱਖੇ ਹੋਏ ਨਾ, ਉਹਨਾਂ ਦੀਆਂ ਤਨਖਾਹਾਂ ਲੇਟ ਮੁਸ਼ਕਿਲਾਂ ਹੁੰਦੀਆਂ। ਇਹ ਪਤਾ ਨਹੀਂ, ਮੈਨੂੰ ਸਮਝ ਨਹੀਂ ਆਉਂਦਾ ਵੀ ਡਬਲ ਸਟੈਂਡਰਡ ਕਿਉਂ ਆ, ਡਬਲ ਮਾਈਂਡਡ ਕਿਉਂ ਆ। ਹਾਲਾਂਕਿ 7th ਪੇ ਕਮਿਸ਼ਨ ਲਾ ਦਿੱਤਾ, ਉਹਦੀਆਂ ਵੀ ਕਈ ਲੋਕ ਕਹਿੰਦੇ ਨੇ ਕਿ ਪਤਾ ਹੀ ਨਹੀਂ ਲੱਗਦੀਆਂ ਵੀ ਕਿਹੜੀਆਂ ਟਰਮਸ ਨੇ। ਕਿਹਾ ਜਾਂਦਾ ਕਿ ਯੂਨੀਵਰਸਿਟੀ ਪ੍ਰੋਫੈਸਰ ਜਿਹੜੇ ਨੇ ਜਾਂ ਉਹ ਨੇ, ਉਹਨਾਂ ਨੂੰ 3 ਸਾਲ ਜਿਹੜਾ ਐਡ ਹੌਕ ਵਾਲੀ ਤਨਖਾਹ ਮਿਲੂਗੀ, ਜਾਨੇ ਕਿ 33,000 ਸਮਥਿੰਗ, ਚਾਹੇ ਤੁਸੀਂ ਪਹਿਲਾਂ ਦੇ ਲੱਗੇ ਹੋ ਚਾਹੇ ਬਾਅਦ ਦੇ ਲੱਗੇ ਹੋ। ਉਹ ਵੀ ਮਾੜੀ ਗੱਲ ਆ। ਤੁਸੀਂ ਉਹਨਾਂ ਨੂੰ ਫਿਰ 7ਵੇਂ ਪੇ ਕਮਿਸ਼ਨ ਦਾ ਕੋਈ ਫਾਇਦਾ ਥੋੜੀ ਹੈ। ਸੋ ਇੱਕ ਆਪਣੇ ਵਿੱਚ ਇੱਕ ਚੀਜ਼ ਹੈ ਕਿ ਸੀਐਮ ਸਾਹਿਬ ਕਹਿੰਦੇ ਸੀਗੇ ਕਿ ਮੈਂ ਆ ਗਿਆ ਤੇ ਸਾਰਾ ਕੁਝ ਸਰਲ ਤਰੀਕੇ ਦੇ ਨਾਲ ਚੱਲੂਗਾ। ਦੇਖੋ ਜੀ, ਬੇਸਿਕ ਚੀਜ਼ ਜਿਹੜੀ ਹੈ ਉਹ ਕਮਾਈ ਹੈ। ਕਹਿੰਦੇ ਨਾ ਵੀ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਜਦ ਤੱਕ ਤੁਹਾਡੇ ਕੋਲੇ 4 ਰੁਪਈਏ ਨਹੀਂ, 4 ਛਿਲੜ ਨਹੀਂ, ਤਾਂ ਤੁਸੀਂ ਕੋਈ ਵੀ ਗੱਲਾਂ ਜਿਹੜੀ ਕਰ ਲਓ ਉਹ ਐਂ ਹੀ ਆ। ਐਗਜ਼ੈਕਟਲੀ। ਹੁਣ ਜੇ ਇਸ ਗੱਲ ਨੂੰ ਆਪਾਂ ਜੋੜੀਏ, ਜੋ ਵਿਧਾਨ ਸਭਾ ਦੇ ਇਜਲਾਸ ਦੇ ਵਿੱਚ ਡਰਾਮਾ ਹੁੰਦਾ ਪਿਆ, ਵਾਕਈ ਤੁਸੀਂ ਕਰੋੜਾਂ ਰੁਪਏ ਜਿਹੜੇ ਸੀ ਉੱਥੇ ਖਰਚਦੇ ਪਏ ਆ, ਔਰ ਇੱਥੇ ਤਨਖਾਹ ਨਹੀਂ ਮਿਲਦੀਆਂ ਪਈਆਂ। ਔਰ ਸੰਘਰਸ਼ ਕਰਨ ਵਾਸਤੇ ਜੇ ਸੜਕਾਂ ਤੇ ਆਉਣਗੇ, ਕੰਮ ਤਾਂ ਰੁਕੂਗਾ ਨਾ। ਸਫ਼ਰ ਕੌਣ ਕਰੇਗਾ? ਫਿਰ ਜਨਤਾ ਸਫ਼ਰ ਕਰੇਗੀ। PRTC ਬੱਸਿਸ ਦਾ ਮਾਮਲਾ ਹੈ, ਫਿਰ ਬੱਸਾਂ ਖੜੀਆਂ ਹੋ ਜਾਣਗੀਆਂ। ਫਿਰ ਉਸ ਤੋਂ ਬਾਅਦ ਪਬਲਿਕ ਰੋਏਗੀ ਕਿ ਆ ਕੀ ਹੋ ਗਿਆ। ਮਤਲਬ ਜਾਂ ਤਾਂ ਇਮੈਚਿਓਰ ਲੋਕ ਨੇ ਕਿ ਮੈਚਿਓਰਿਟੀ ਨਹੀਂ ਇਹਨਾਂ ਦੇ ਵਿੱਚ। ਭਈ ਤੁਸੀਂ MLA ਹੋ ਯਾਰ, ਕੋਈ ਮੁਹੱਲੇ ਦੀ ਲੜਾਈ ਲੜਦੇ ਪਏ ਹੋ ਨਾਲੀ ਵਾਸਤੇ ਕਿ ਤੇਰੀ ਨਾਲੀ ਦਾ ਪਾਣੀ ਮੇਰੇ ਗੇਟ ਦੇ ਅੱਗੇ ਕਿਉਂ ਆ ਗਿਆ ਜੀ। ਤੁਸੀਂ ਵਿਧਾਨ ਸਭਾ 'ਚ ਬੈਠੇ ਹੋ, ਸੋ ਸਮ ਮੈਚਿਓਰਿਟੀ ਸ਼ੋ ਕਰੋ ਯਾਰ। ਤੁਸੀਂ ਕਮ ਸੇ ਕਮ ਡਿਗਨਿਟੀ ਤਾਂ ਦੇਖੋ ਨਾ ਪੋਸਟ ਦੀ। ਮਤਲਬ ਅਸੀਂ ਇੱਕ ਫਰੈਂਡਲੀ ਵੇ 'ਚ ਵੀ ਗੱਲ ਕਰ ਸਕਦੇ ਹਾਂ ਜਦੋਂ ਅਸੀਂ ਕਹਿੰਦੇ ਯਾਰ ਤੁਸੀਂ ਇੱਦਾਂ ਕਰੋ। ਮਤਲਬ ਇੱਕ ਹਮ ਉਮਰ ਵੀ ਹਾਂ ਅਸੀਂ ਸਾਰੇ। ਮਤਲਬ ਇਹ ਹੈ ਕਿ ਸ਼ੋ ਕਰੋ ਮੈਚਿਓਰਿਟੀ, ਜਿਸ ਵਾਸਤੇ ਤੁਹਾਨੂੰ ਲੈ ਕੇ ਆਏ ਹਾਂ। ਠੀਕ ਹੈ ਨਾ? ਤੁਸੀਂ ਇਹ ਕਿ ਨਿਆਣਿਆਂ ਵਕਣ ਲੱਗੇ ਹੋਏ ਹੋ, ਮਤਲਬ ਇਹ ਚੰਗਾ ਨਹੀਂ ਲੱਗਦਾ। ਹੁਣ ਉਹ ਕੈਪਟਨ ਸਾਹਿਬ ਨੂੰ ਤੁਸੀਂ ਨਕਲੀ CM, ਇੱਕ CM ਦੇ ਮੂੰਹ ਤੋਂ ਇਹ ਗੱਲ ਚੰਗੀ ਲੱਗਦੀ ਹੈ ਕਿ ਦੂਸਰੇ CM ਨੂੰ ਨਕਲੀ CM। ਵੈਸੇ ਤਾਂ ਉਹਨਾਂ ਨੂੰ ਵੀ ਤਰਾਵਟ ਸਟੈਂਪ ਕਹਿੰਦੇ ਆ। ਮਤਲਬ ਇਹ ਗੱਲਾਂ ਨੇ ਕਿ ਆਪਣਾ ਗਰਜ ਕੱਢਣ ਲਈ ਉਹ ਚੀਜ਼ਾਂ ਅਸੀਂ ਵਰਤਦੇ ਆ। ਉਹ ਟਾਈਮ ਤੁਹਾਡਾ ਵੈਲਿਊਏਬਲ ਆ। ਤੁਸੀਂ ਸੋਸ਼ਲ ਮੀਡੀਆ ਤੇ ਜੋ ਕਰਦੇ ਹੋ, ਤੁਸੀਂ ਆਪਸ 'ਚ ਜੋ ਕਰਦੇ ਹੋ, ਉਹ ਤਾਂ ਸਾਨੂੰ ਦੀਦਾ ਹੀ ਆ। ਇਹ ਪਲੇਟਫਾਰਮ ਤਾਂ ਨਾ ਚੁਣੋ ਜਿਹੜੇ ਸਾਡੇ ਪੈਸਿਆਂ ਦਾ ਪਲੇਟਫਾਰਮ ਹੈ। ਐਗਜ਼ੈਕਟਲੀ। ਸੋਸ਼ਲ ਮੀਡੀਆ ਤੇ ਜੋ ਮਰਜ਼ੀ ਕਰੋ, ਪਰ ਵਿਧਾਨ ਸਭਾ ਡਿਗਨਿਟੀ ਹੈ, ਉਹ ਸ਼ੋ ਕਰੋ। ਕਿਉਂਕਿ ਵਿਦੇਸ਼ਾਂ 'ਚ ਵੀ ਨਿਊਜ਼ ਜਾਂਦੀ ਪਈ ਵਾਕਈ। ਔਰ ਤੁਸੀਂ ਕਹਿੰਦੇ ਹੋ ਕਿ ਵਿਦੇਸ਼ਾਂ ਤੋਂ ਕੰਪਨੀਆਂ ਆਉਣ, ਇਨਵੈਸਟ ਕਰਨ। ਫਿਰ ਉਹ ਇਦਾਂ ਇੰਨੀਆਂ ਕਿ ਕੰਪਨੀਆਂ ਆਉਂਦੀਆਂ ਜਿੰਨੀਆਂ ਕਿ ਇਹਨਾਂ ਦੀ ਮੈਚੋਰਿਟੀ ਹੈ। ਪਤਾ ਨਹੀਂ
ਉਹ ਕਿਹੜੀ ਕੰਪਨੀ ਆਏਗੀ ਜਿਹੜੀ ਇਨਵੈਸਟ ਕਰੇਗੀ ਇੱਦਾਂ ਦੀ ਇਨਸਟੇਬਿਲਿਟੀ ਦੇ ਵਿੱਚ। ਖੈਰ ਆਪਾਂ ਅੱਗੇ ਵਧੀਏ। ਮਿਡ ਡੇ ਮੀਲ ਦੇ ਜਿਹੜੇ ਵਰਕਰਸ ਨੇ, ਚਲੋ ਇਹ ਇੱਕ ਅੱਛੀ ਖਬਰ ਹੈ ਕਿ ਫਿਰ ਤੋਂ ਬਜਟ ਸੈਂਕਸ਼ਨ ਹੋਇਆ, ਫਿਰ ਤੇ ਗੱਡੀ ਟਰੈਕ ਤੇ ਆ ਚੁੱਕੀ ਹੈ। ਹੁਣ ਮਿਡ ਡੇ ਮੀਲ ਦੀ ਜਿਹੜੀ ਉਹ ਸਾਰੀਆਂ ਕਮੀਆਂ ਪੇਸ਼ੀਆਂ ਸੀ ਉਹ ਦੂਰ ਹੋ ਜਾਣਗੀਆਂ। ਇਟਸ ਗੁੱਡ ਸਾਈਨ ਕਿ ਇੱਕ ਤਰ੍ਹਾਂ ਨਾਲ ਸਪੋਰਟ ਮਿਲਦੀ ਉਹਨਾਂ ਫੈਮਲੀਜ਼ ਨੂੰ ਜਿਹੜੀਆਂ ਗਰੀਬ ਨੇ, ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਨੇ, ਕਿ ਉਹ ਬੱਚਿਆਂ ਨੂੰ ਭੇਜਦੇ ਨੇ ਬਾਹਰ ਕੰਮ ਕਰਨ ਵਾਸਤੇ ਕਿ ਉਹ ਆਪਣੀ ਰੋਟੀ ਕਮਾਈ ਖੁਦ ਕਰਕੇ ਆਉਣ, ਪਰ ਇੱਥੇ ਸਰਕਾਰ ਉਹਨਾਂ ਨੂੰ ਰੋਟੀ ਦੇ ਦਿੰਦੀ ਹੈ ਤੇ ਨਾਲ ਉਹ 4 ਅੱਖਰ ਪੜ੍ਹ ਵੀ ਜਾਣਗੇ। ਔਰ ਡੈਮੋਕ੍ਰੇਸੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਨਾਗਰਿਕ ਪੜ੍ਹੇ ਲਿਖੇ ਹੋਣ, ਤਾਂ ਹੀ ਉਹ ਐਕਟਿਵ ਸਿਟੀਜ਼ਨ ਬਣ ਸਕਦੇ ਆਪਾਂ ਰੋਜ਼ ਹੀ ਗੱਲ ਇਹ ਕਰਦੇ ਹਾਂ ਵੀ ਰੋਸ਼ਨ ਦਿਮਾਗ ਹੋਣਾ ਤੇ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਆ। ਜੇ ਅਸੀਂ ਲੋਕਤੰਤਰ ਨੂੰ ਬਚਾਉਣਾ, ਜੇ ਅਸੀਂ ਧਰਮ ਨੂੰ ਬਚਾਉਣਾ, ਆਪਣੇ ਆਪ ਨੂੰ ਬਚਾਉਣਾ, ਆਪਣੀ ਹੋਂਦ ਨੂੰ ਬਚਾਉਣਾ, ਤੇ ਰੋਸ਼ਨ ਦਿਮਾਗ ਹੋਣਾ ਪੈਣਾ। ਤੇ ਰੋਸ਼ਨ ਦਿਮਾਗ ਹੋਣ ਲਈ ਪੜ੍ਹਨਾ ਬਹੁਤ ਜ਼ਰੂਰੀ ਪੈਣਾ। ਆਮ ਕਹਾੜੀਆਂ ਹੁੰਦੀਆਂ, ਸਾਡੇ ਪੜ੍ਹਨ ਗਿਆ ਸੀ ਕਿ ਉੱਥੇ ਕੁਝ ਹੋਰ ਕਰਦਾ ਸੀਗਾ, ਕੁੜੀਆਂ ਕਹਿੰਦੀਆਂ। ਅੱਜ ਕੱਲ੍ਹ ਮੈਨੂੰ ਲੱਗਦਾ ਨਾ ਅਸੀਂ ਪੜ੍ਹਾਈ ਦੇ ਮਾਮਲੇ 'ਚ ਜਿਹੜੀ ਇੱਕ ਡਿਵੈਲਪਮੈਂਟ ਸਾਡੀ ਆ, ਸਰਬਪੱਖੀ ਗਰੋਥ ਨਹੀਂ ਹੋ ਰਹੀ। ਮਿਡ ਡੇ ਮੀਲ ਮਿਲਣਾ ਬਹੁਤ ਚੰਗੀ ਗੱਲ ਆ, ਚਲੋ ਇਸੇ ਕਰ, ਪਰ ਮਿਡ ਡੇ ਮੀਲ ਦੀ ਜਗ੍ਹਾ ਆਪਾਂ ਕਹਿ ਲਈਏ ਕਿ ਜੇ ਐਜੂਕੇਸ਼ਨ ਕੁਆਲਿਟੀ ਦੀ ਮਿਲ ਜਵੇ ਨਾ, ਸੋਨੇ ਤੇ ਸੁਹਾਗੇ ਵਾਲੀ ਗੱਲ ਦੈਟ ਇਜ਼ ਗੁੱਡ ਆਲਸੋ, ਹੈ ਨਾ। ਬਹੁਤ ਜ਼ਰੂਰੀ ਗੱਲ ਹੈ ਕਿ ਅਸੀਂ ਕਿਉਂ ਨਹੀਂ ਸਾਡੇ ਜਵਾਕ ਅਸਾਮ ਦੇ ਜਵਾਕ ਕਰਕੇ ਕਿਉਂ ਨਹੀਂ, ਸਾਡੀ ਐਜੂਕੇਸ਼ਨ ਕਸ਼ਮੀਰ ਦੇ ਨਿਆਣਿਆਂ ਤੋਂ ਕਾਹਤੋਂ ਥੱਲੇ ਆ। ਪਤਾ ਨਹੀਂ, ਅਸੀਂ ਪੰਜਾਬ ਦੀ ਤੁਸੀਂ ਐਜੂਕੇਸ਼ਨ ਸਟੈਂਡਰਡ ਦੇਖ ਲਿਓ ਤੇ ਕਿਸੇ ਹੋਰ ਸਟੇਟ ਦਾ ਦੇਖ ਲਿਓ, ਮੈਨੂੰ ਲੱਗਦਾ ਕਿ ਅਸੀਂ ਬੜੇ ਥੱਲੇ ਜਿਹੇ ਲੈਵਲ ਦੇ ਉੱਤੇ ਆ। ਸਾਨੂੰ ਲੱਗਦਾ ਅਸੀਂ ਬਿਹਾਰ ਨੂੰ ਕਹਿੰਦੇ ਹੁੰਦੇ ਸੀ, ਸਾਡਾ ਸਟੈਂਡਰਡ ਬਿਹਾਰ ਦੇ ਲੈਵਲ ਦੇ ਉੱਤੇ ਆ ਗਿਆ। ਦੇਖੋ ਸਰਕਾਰੀ ਸਕੂਲਾਂ ਦਾ ਮੈਂ ਕਹਿਣਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਔਰ ਇੱਕ ਚੀਜ਼ ਹੋਰ ਵੀ ਹੈ ਖਹਿਰਾ ਸਾਹਿਬ, ਕਈ ਵਾਰੀ ਵੀ ਕੇਸਿਸ ਸਾਹਮਣੇ ਆਉਂਦੇ ਨੇ ਕਿ ਮਿਡ ਡੇ ਮੀਲ ਦੇ ਵਿੱਚ ਵੀ ਕਰਪਸ਼ਨ ਹੁੰਦੀ ਹੈ ਔਰ ਉਹਦੇ ਵਿੱਚ ਵੀ ਪੈਸੇ ਖਾਧੇ ਜਾਂਦੇ ਨੇ, ਜਾਂ ਰਾਸ਼ਨ ਉਹਨਾਂ ਦੇ ਲੋਕਾਂ ਦੇ ਜੋ ਬੱਚਿਆਂ ਵਾਸਤੇ ਆਉਂਦਾ ਹੈ ਉਹ ਕਈ ਲੋਕ ਆਪਣੇ ਘਰ ਵੀ ਲੈ ਜਾਂਦੇ ਨੇ। ਇਹ ਵੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਮਤਲਬ ਕਮ ਸੇ ਕਮ ਉੱਥੇ ਤੱਕ ਆਪਾਂ ਕਹਿ ਲਈਏ ਕਿ ਬਹੁਤ ਸਿਰ ਤੋਂ ਕੋਈ ਇਦਾਂ ਦੀ ਸਟੇਟਮੈਂਟ ਨਹੀਂ ਆਈ, ਬਹੁਤ ਵਿਜੀਲੈਂਟ ਹੋ ਗਿਆ, ਬਹੁਤ ਹਰ ਕੋਈ ਜਿਹੜਾ ਨਾ, ਪਹਿਲਾਂ ਤਾਂ ਉੱਤੇ ਹੈੱਡ ਮਿਨਿਸਟਰ ਰੱਖਿਆ, ਫਿਰ ਇੱਕ ਕੁਆਲਿਟੀ ਆਫੀਸਰ ਆ, ਇੱਕ ਆਫੀਸਰ ਉਹ ਜਿਹਦੇ ਕੋਲ ਸਟੋਰੇਜ ਆਫੀਸਰ ਆ। ਇਹ ਹੁਣ ਇਹ ਹੋ ਗਿਆ ਕਿ ਜਿਹੜੇ ਕਲਸਟਰ ਆ ਨਾ, ਉਹਨਾਂ ਦੇ ਵਿੱਚ ਬਹੁਤ ਪਾਰਦਰਸ਼ਤਾ ਆ ਗਈ ਆ, ਉਸ ਹਿਸਾਬ ਦੇ ਨਾਲ ਨਹੀਂ ਹੋਣ ਡਿਆ। ਬਿਲਕੁਲ ਠੀਕ ਆ। ਮਤਲਬ ਇਹ ਵੀ ਹੈ, ਫਿਰ ਵੀ ਆਪਾਂ ਕਹਿਣਾ ਚਾਹਾਂਗੇ ਕਿ ਸ਼ੋ ਸਮ ਕਰੈਕਟਰ। ਇੱਥੇ ਬੱਚਿਆਂ ਦੇ, ਗਰੀਬ ਬੱਚਿਆਂ ਦੇ ਵਾਸਤੇ ਰੋਟੀ ਆਈ ਆ, ਕਮ ਸੇ ਕਮ ਉਹਦੇ ਵਿੱਚ ਇਦਾਂ ਦੀ ਗੜਬੜ ਨਹੀਂ ਕਰਨੀ ਚਾਹੀਦੀ। ਕਿਉਂਕਿ ਅਕਸਰ ਜਿਹੜੇ ਮਾਹਿਰ ਨੇ ਨਾ, ਉਹ ਕਹਿੰਦੇ ਨੇ ਕਿ ਯਾਰ ਥਾਂ ਥਾਂ ਤੇ ਦੇਖੋ ਨਾ ਦੀਮਕ ਪਾਲ ਕੇ ਰੱਖੀ ਹੋਈ ਹੈ, ਅੰਦਰੋਂ ਹੀ ਅੰਦਰੋਂ ਖਾਈ ਜਾਂਦੀ ਹੈ ਡਿਪਾਰਟਮੈਂਟ ਨੂੰ ਘੁਣ ਦੇ ਵਾਕਣ, ਔਰ ਖੋਖਲਾ ਕਰਕੇ ਰੱਖ ਦਿੰਦੀ ਹੈ। ਇਦਾਂ ਦੇ ਘੁਣ ਮੈਨੂੰ ਲੱਗਦਾ ਹਰ ਜਗ੍ਹਾ ਦੇ ਉੱਤੇ ਹੈ, ਹਰ ਥਾਂ ਦੇ ਉੱਤੇ ਨੇ। ਜਿਵੇਂ ਸਿਉਂਕ ਨਹੀਂ ਲੱਗੀ ਹੁੰਦੀ, ਅੰਦਰੋਂ ਅੰਦਰੋਂ ਖਾਈ ਜਾਂਦੀ ਹੈ। ਜਦੋਂ ਬਾਅਦ 'ਚ ਦਰਵਾਜ਼ਾ ਖੋਲ੍ਹ ਕੇ ਦੇਖਦੇ, ਉਹ ਤੁਹਾਡਾ ਭਲਾ ਹੋ ਜਾਵੇ ਤਾਂ ਸਾਰਾ ਦਰਵਾਜ਼ਾ ਹੀ ਖਾ ਗਿਆ। ਮਤਲਬ ਆਹ ਚੀਜ਼ਾਂ ਹੋ ਰਹੀਆਂ ਨੇ ਸਰਕਾਰੀ ਤੰਤਰ ਦੇ ਵਿੱਚ, ਇਹ ਚੀਜ਼ਾਂ ਚੱਲਦੀਆਂ ਨੇ। ਸੋ ਖਹਿਰਾ ਸਾਹਿਬ ਆਪਾਂ ਅੱਗੇ ਵਧੀਏ ਕਿ ਆਪਾਂ ਪਹਿਲਾਂ ਵੀ ਥੋੜ੍ਹੇ ਦਿਨ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਦੇ ਅੰਦਰ ਤਸਕਰੀ, ਨਸ਼ਾ, ਫਿਰ ਜਦੋਂ ਇੱਧਰੋਂ ਕਾਫੀ ਸਖਤ ਹੋ ਗਏ ਤਾਂ ਫਿਰ ਸਮੁੰਦਰੀ ਰਾਹ ਤੋਂ ਆਉਣ ਲੱਗ ਪਏ ਨੇ, ਗੁਜਰਾਤ ਸਾਈਡ ਤੋਂ, ਮੁੰਬਈ ਸਾਈਡ ਤੋਂ, ਫਿਰ ਸਪਲਾਈ ਕੰਸਾਈਨਮੈਂਟਸ ਇੱਧਰ ਆਉਂਦੀਆਂ ਨੇ। ਹੁਣ ਪੰਜਾਬ ਦੀ ਜਿਹੜੀ ਪੁਲਿਸ ਫੋਰਸ ਆ, ਯਾਦਵ ਸਾਹਿਬ ਨੇ ਸਾਡੇ DGP ਸਾਹਿਬ, ਉਹ ਕਹਿੰਦੇ ਨੇ ਕਿ ਖਾਸ ਸਟ੍ਰੈਟਜੀ ਅਪਣਾਈ ਜਾਵੇ, ਪੈਣੀ ਨਜ਼ਰ ਰੱਖੀ ਜਾਵੇ ਕਿ ਕਿਤੋਂ ਵੀ ਕੋਈ ਵੀ ਕੰਸਾਈਨਮੈਂਟ ਪੰਜਾਬ ਦੇ ਵਿੱਚ ਦਾਖਲ ਨਹੀਂ ਹੋਣੀ ਚਾਹੀਦੀ। ਅੱਗੇ ਬਹੁਤ ਬੁਰਾ ਹਾਲ ਹੋਇਆ ਹੋਇਆ। ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਤੁਹਾਨੂੰ ਯਾਦ ਹੋਵੇ, ਮੈਂ ਕਹਿੰਦੇ ਸੀ ਆਪਾਂ ਕਿ ਮੈਨੂੰ ਯਾਦ ਆ ਗਿਆ ਸੀ ਜਦੋਂ ਆਪਾਂ ਕਹਿੰਦੇ ਸੀ ਵੀ ਉਹ ਫਿਰੋਜ਼ਪੁਰ ਵਾਲੇ ਜਿਹੜੇ SSP ਸੀਗੇ, ਜਿਹੜੇ ਕਹਿੰਦੇ ਸੀਗੇ ਵੀ ਸਾਡੇ ਹੀ ਲੋਕ ਰਲੇ ਹੋਏ ਆ, ਜੇ ਅਸੀਂ ਹਟ ਜਾਈਏ ਤੇ ਭਲਾ ਹੋ ਜਾਊਗਾ। ਇਹ ਸਾਰੀ ਗੇਮ, ਹਾਂ ਇਹ ਸਾਰੀ ਗੇਮ ਹੀ ਕਹਿੰਦੇ 10 ਦਿਨਾਂ ਦੀ ਆ, ਨਾ ਕੁਝ ਆ ਸਕਦਾ ਨਾ ਕੁਝ ਆ ਸਕਦਾ। ਬਾਕੀ ਬਹੁਤ ਦਰੁਸਤ ਗੱਲ ਆ ਜੀ, ਤੇ ਇਹ ਹੁੰਦੀ ਆ ਕਿਉਂਕਿ ਅੱਜ ਕੱਲ੍ਹ ਪਤਾ ਹੀ ਨਹੀਂ ਲੱਗਦਾ ਵੀ ਕੀ ਹੁੰਦਾ ਆ। ਜਿੰਨਾ ਚਿਰ ਉਹ ਅੱਖਾਂ ਮੋਹਰੇ ਨਾ ਆ ਜਾਵੇ ਨਾ, ਉਹਨਾਂ ਚਿਰ ਸਾਨੂੰ ਉਹ 'ਤੇ ਯਕੀਨ ਨਹੀਂ ਕਰਨਾ ਚਾਹੀਦਾ। ਮੈਂ ਪਹਿਲੇ ਦਿਨ ਤੋਂ ਕਹਿੰਦਾ ਕਿ ਹੀ ਇਜ਼ ਅ ਵੈਰੀ ਗੁੱਡ ਐਡਮਿਨਿਸਟ੍ਰੇਟਿਵ। ਯਾਦਵ ਸਾਹਿਬ ਦੀ ਗੱਲ ਕਰਦੇ ਹਾਂ ਤੇ ਉਹ ਬੜੇ ਚੰਗੇ ਐਡਮਿਨਿਸਟ੍ਰੇਟਿਵ ਨੇ, ਪਰ ਇਹ ਨਾ ਜਿਹੜੀਆਂ ਆਪਾਂ ਕਹਿੰਦੇ ਆ ਕਿ ਅਸਾਈਨਮੈਂਟ, ਕੰਸਾਈਨਮੈਂਟ ਜਿਹੜੀਆਂ ਨੇ, ਇਹ ਜਿੰਨਾ ਚਿਰ ਇਹਨਾਂ 'ਤੇ ਵਾਕਈ ਜ਼ੋਰ ਨਹੀਂ ਲੱਗਦਾ ਨਾ, ਮਤਲਬ ਪੋਲੀਟੀਕਲੀ ਵੀ ਇਹਨਾਂ 'ਤੇ ਜ਼ੋਰ ਜਿਹੜਾ ਬੰਦ ਕੀਤਾ ਜਾਣਾ ਚਾਹੀਦਾ, ਇਹਨਾਂ ਨੂੰ ਸੈਂਕਸ਼ਨ ਕਰ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ, ਉਦੋਂ ਤੱਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ 'ਤੇ ਰੋਕ ਲਾਉਣੀ ਬਹੁਤ ਔਖੀ ਹੈ, ਚਾਹੇ ਕੋਈ ਵੀ ਕਰੀ ਜਾਵੇ। ਇੱਕ ਪੋਲੀਟੀਕਲ ਵਿਲ ਵੀ ਚਾਹੀਦੀ ਹੈ। ਬਿਲਕੁਲ, ਕਿਉਂਕਿ ਨੈਟਵਰਕ ਇੰਨਾ ਜ਼ਬਰਦਸਤ ਹੈ ਨਾ, ਜਿਹੜਾ ਤਸਕਰ ਕਰਦੇ ਨੇ ਔਰ ਜਿਹੜੇ ਨਸ਼ੇ ਸਪਲਾਈ ਹੁੰਦੇ ਨੇ, ਇਹ ਨੈਟਵਰਕ ਬੜਾ ਜ਼ਬਰਦਸਤ ਆ। ਕਿਸੇ ਨੂੰ ਪਤਾ ਨਹੀਂ ਲੱਗਦਾ ਕੌਣ ਬੰਦਾ ਕਿੱਥੇ ਸਪਲਾਈ ਕਰਦਾ ਪਿਆ, ਕੌਣ ਕਿਹਦੇ ਵਾਸਤੇ ਕੰਮ ਕਰਦਾ ਪਿਆ। ਔਰ ਜਿਹੜੇ ਉਹ ਆਫੀਸਰ ਸਾਹਿਬਾਨ ਕਹਿੰਦੇ ਨੇ ਕਿ ਮਹਿਕਮੇ ਦੇ ਕਈ ਲੋਕ ਵੀ ਵਿੱਚ ਮਿਲੇ ਹੋਏ ਨੇ, ਗਲਤ ਨਹੀਂ ਕਹਿ ਰਹੇ, ਜ਼ਰੂਰ ਮਿਲੇ ਹੋਣਗੇ, ਕਿਉਂਕਿ ਤਾਂ ਹੀ ਕੰਮ ਹੁੰਦਾ ਜੀ, ਕਿਉਂਕਿ ਐਵੇਂ ਨਹੀਂ ਕੰਮ ਹੋ ਸਕਦਾ। ਜਦੋਂ ਆਪਾਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਇੱਕ ਵਿਚਾਰ ਕਰੀਏ ਤਾਂ ਯਾਦਵ ਸਾਹਿਬ ਦੇ ਵਾਸਤੇ ਕਾਫੀ ਚੈਲੰਜਿੰਗ ਜੌਬ ਹੈ, ਕਾਫੀ ਚੁਣੌਤੀਪੂਰਨ ਜੌਬ ਹੈ, ਕਿਉਂਕਿ ਆਪਣੇ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀਆਂ ਕਾਲੀਆਂ ਭੇਡਾਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਬੈਠੀਆਂ ਹੋਈਆਂ, ਵਿੱਚ ਹੀ ਬੈਠੀਆਂ ਹੋਈਆਂ, ਉਹਨਾਂ ਦੇ ਉੱਤੇ ਵੀ
ਪੈਣੀ ਨਜ਼ਰ ਰੱਖਣ ਦੀ ਲੋੜ ਹੈ, ਜਿਹੜੀ ਬਾਹਰ ਕਹਿੰਦੇ ਨੇ ਨਾ ਕਿ ਦੁਸ਼ਮਣ ਬਾਰਡਰ ਦੇ ਉੱਧਰ ਨਹੀਂ ਹੁੰਦਾ, ਦੁਸ਼ਮਣ ਬਾਰਡਰ ਦੇ ਇੱਧਰ ਵੀ ਹੁੰਦਾ। ਅੱਛਾ, ਤੁਹਾਨੂੰ ਯਾਦ ਹੋਵੇਗਾ ਆਪਾਂ ਜਦੋਂ ਆਪਾਂ ਜਰਨਲਿਸਟ ਬਣਦੇ ਆ ਤਾਂ ਆਪਾਂ ਨੂੰ ਨਾ ਸੋਰਸ ਪੈਦਾ ਕਰਨ ਦੇ ਲਈ ਨਾ ਆਪਾਂ ਕਦੇ ਵੀ ਮਿਨਿਸਟਰ ਦੇ ਪੀਏ ਨੂੰ ਨਹੀਂ ਹੱਥ ਪਾਉਣਾ। ਅਸੀਂ ਮਿਨੀ ਪੀਏ ਦੇ ਉਹਨੂੰ ਪਾਉਣੇ ਹੁੰਦੇ ਜਿਹੜਾ ਮਾਲੀ ਹੋਵੇ, ਡਰਾਈਵਰ ਹੋਵੇ, ਵੀ ਪਤਾ ਲੱਗਦਾ ਰਹੇ, ਹਾਂ ਪੀਓਨ ਹੋਵੇ, ਪਤਾ ਲੱਗੇ ਵੀ ਕਿੱਥੇ ਜਾਂਦਾ। ਇੱਦਾਂ ਹੀ ਜਦੋਂ ਆਪਾਂ ਕਿਤੇ ਕੋਰਟ ਦੀ ਜਾਂ ਫਿਰ ਕਿਸੇ ਅਦਾਲਤ ਦਾ ਬਾਹਰ ਜਿਹੜਾ ਚਾਹ ਵਾਲਾ ਹੁੰਦਾ ਨਾ, ਉਹਦੇ ਕੋਲ ਬੜੀ ਸਾਰੀ ਇਨਫੋਰਮੇਸ਼ਨ ਬਿਲਕੁਲ ਹੁੰਦੇ ਆ। ਹੁਣ ਇਹ ਗੱਲਾਂ ਜਿਹੜੀਆਂ ਨੇ ਨਾ ਇੱਥੇ ਵੀ ਇਦਾਂ ਹੀ ਆ ਕਿ ਉੱਪਰੋਂ ਤੋਂ ਆਰਡਰ ਬਹੁਤ ਸੋਹਣੇ ਚੱਲਣਗੇ, ਥੱਲੇ ਤੱਕ ਵੀ ਆ ਜਾਣਗੇ, ਪਰ ਇਹ ਜਿਹੜੇ ਥੱਲੇ ਤੱਕ ਆ ਬਾਰਡਰ ਪਿੰਡਾਂ ਦੇ ਵਿੱਚ ਪੁਲਿਸ ਵਾਲੇ ਲੱਗੇ ਹੋਏ ਆ ਨਾ, ਜਾਂ ਫਿਰ ਦੂਰ ਦੂਰ ਤੱਕ ਉਹ ਲੱਗੇ ਹੋਏ ਜਿਹਨਾਂ ਤੁਸੀਂ ਸੋਚ ਹੀ ਨਹੀਂ ਸਕਦੇ, ਉਹਨਾਂ ਨੂੰ ਵੀ ਅਲਰਟ ਹੋਣਾ, ਵਿਜੀਲੈਂਟ ਹੋਣਾ ਬਹੁਤ ਜ਼ਰੂਰੀ ਆ। ਇਹ ਨਹੀਂ ਵੀ ਤੁਸੀਂ ਉੱਥੇ ਦੀ ਜਿਹੜੀ ਇੱਕ ਪਾਰਟਿਕੂਲਰ ਜਿਹੜੀ ਦੱਬ ਜੋ ਤੁਸੀਂ ਜਦੋਂ ਦੱਬ ਜੀਏ ਨਾ, ਉਦੋਂ ਬਹੁਤ ਮਾੜਾ ਹਾਲ ਹੁੰਦਾ। ਨਸ਼ਿਆਂ ਨੇ ਪੰਜਾਬ ਦਾ ਦਮ ਜਿਹੜਾ ਕਹਿ ਲਈਏ ਕਿ ਲੱਕ ਤੋੜ ਦਿੱਤਾ, ਐਡਾ ਲੱਕ ਤੋੜਿਆ ਕਿ ਇੱਦਾਂ ਲੱਗਦਾ ਪੰਜਾਬ ਦੇ ਨੌਜਵਾਨ ਨਾ ਟੀਕੇ ਲਾ ਕੇ ਸੁੰਨ ਕਰਕੇ ਐਨਸਥੀਸੀਆ ਦੇ ਦਿੱਤਾ ਇਹਨਾਂ ਨੂੰ। ਬਿਲਕੁਲ ਸਹੀ ਗੱਲ ਆ। ਔਰ ਕਈ ਵਾਰ ਨਾ ਮਾਹਿਰ ਇਹ ਵੀ ਮੰਨਦੇ ਨੇ ਕਿ ਜਿਹੜਾ ਇਹ ਕਹਿੰਦੇ ਨੇ ਨਾ ਕਿ ਲੋਕ ਵਿੱਚ ਐਡਮਿਨਿਸਟ੍ਰੇਸ਼ਨ ਦੇ ਵੀ ਵਿੱਚ ਮਿਲੇ ਹੋਏ ਨੇ, ਕਹਿੰਦੇ ਨੇ ਕੁਝ ਨਾ ਕੁਝ ਸਿਆਸੀ ਗੇਮ ਵੀ ਹੈ ਕਿ ਜਿਹੜੇ ਨੌਜਵਾਨ ਨੇ ਨਾ ਨਸ਼ੇ ਖਾ ਕੇ ਸੁੱਤੇ ਰਹਿਣ, ਅੱਗੋਂ ਕੋਈ ਸਵਾਲ ਨਾ ਪੁੱਛਣ ਕਿ ਸਾਨੂੰ ਨੌਕਰੀ ਨਹੀਂ ਮਿਲਦੀ ਪਈ, ਸਾਡਾ ਫਿਊਚਰ ਕੀ ਹੈ, ਮਤਲਬ ਲੋਕ ਸੁੱਤੇ ਰਹਿਣ। ਔਰ ਜਿਹੜੇ ਮਨਮਾਨੀਆਂ ਕਰਨ ਵਾਲੇ ਨੇ ਆਪਣੀਆਂ ਮਨਮਾਨੀਆਂ ਕਰਦੇ ਰਹਿਣ। ਐਕਸਪਰਟਸ ਇੱਥੋਂ ਤੱਕ ਵੀ ਮੰਨਦੇ ਨੇ ਕਿ ਏਜੰਸੀਆਂ ਇੱਥੋਂ ਤੱਕ ਵੀ ਇਨਵੋਲਵ ਹੋ ਸਕਦੀਆਂ ਨੇ, ਸਾਰੀਆਂ ਨੇ, ਕੁਛ ਨਾ ਕੁਛ ਬੰਦੇ ਵਿੱਚ ਇਨਵੋਲਵ ਹੋ ਸਕਦੇ ਨੇ, ਦੋਜ਼ ਜਿਹੜੇ ਉਹਨਾਂ ਵਾਸਤੇ ਕੰਮ ਕਰ ਰਹੇ ਨੇ, ਜਿਹੜੇ ਇੱਦਾਂ ਦੀ ਗੇਮ ਖੇਡਣਾ ਚਾਹੁੰਦੇ ਨੇ। ਸੋ ਮਾਮਲਾ ਕਾਫੀ ਸੈਂਸਿਟਿਵ ਹੈ। ਜਦੋਂ ਮੈਂ ਪਹਿਲਾਂ ਕਿਹਾ ਕਿ ਗੌਰਵ ਯਾਦਵ ਜੀ ਵਾਸਤੇ ਬਹੁਤ ਹੀ ਚੁਣੌਤੀਪੂਰਨ ਕੰਮ ਹੈ, ਔਰ ਇਹ ਐਵੇਂ ਨਹੀਂ ਹੱਲ ਹੋਣਾ, ਬਹੁਤ ਜੇਰਾ ਰੱਖਣਾ ਪਏਗਾ। ਪਤਾ ਨਹੀਂ ਕਿਹਦੇ ਕਿੱਥੇ ਕਿੱਥੇ ਲਿੰਕ ਨੇ, ਕਿਹਦਾ ਬੰਦਾ ਕਿੱਥੇ ਬੈਠਾ, ਕਿੱਥੋਂ ਫੋਨ ਆ ਜਾਣਾ, ਕਿੱਥੋਂ ਪ੍ਰੈਸ਼ਰ ਆ ਜਾਣਾ। ਆਪਾਂ ਕੈਪਟਨ ਸਾਹਿਬ ਦਾ ਕੰਮ ਦੇਖਿਆ ਹੀ ਹੈ ਨਾ, 6 ਮਹੀਨੇ ਦੇ ਅੰਦਰ ਮੈਂ ਖ਼ਤਮ ਕਰ ਦਾਂਗਾ। ਗੁਟਕਾ ਸਾਹਿਬ ਨੂੰ ਹੱਥ 'ਚ ਲੈ ਕੇ ਕਸਮ ਖਾਧੀ ਸੀ, ਉਹ 6 ਮਹੀਨੇ ਵੀ, ਹਾਂ ਇਹ ਸੌਖਾ ਨਹੀਂ ਹੈ, ਸੌਖਾ ਨਹੀਂ। 6 ਮਹੀਨੇ ਵੀ ਪਤਾ ਨਹੀਂ ਕਿੱਥੇ ਗਏ, 6 ਸਾਲ ਪਤਾ ਨਹੀਂ ਕਿੱਥੇ ਗਏ। ਸੰਜੀਵ ਜੀ, ਨਸ਼ਾ ਐਡੀ ਕਰ ਗਿਆ। ਤੁਸੀਂ ਦੇਖਿਆ ਹੋਣਾ ਮਕਬੂਲਪੁਰ ਦੀਆਂ ਫੋਟਾਂ, ਵੀਡੀਓ ਆਈ ਕਿ ਕੁੜੀ ਪੀ ਕੇ ਨਸ਼ਾ ਝੂਲਣ ਡਈ ਆ। ਕੱਲ ਇੱਕ ਹੋਰ ਵੀਡੀਓ ਜਿਹੜੀ ਆ ਅੱਜ ਬੜੀ ਵਾਇਰਲ ਹੋਣ ਡਈ ਆ, ਉਹ ਟੀਕੇ ਨੂੰ ਰਲਾਉਣ ਡਿਆ, ਇਹਦਾ ਟੀਕਾ ਫੜਿਆ ਤੇ ਉਹਨੂੰ ਬੰਦਾ ਪੁੱਛਦਾ ਕਿੱਥੋਂ ਲੈ ਕੇ ਆਇਆ, ਕਹਿੰਦਾ ਇੱਥੋਂ ਮਕਬੂਲਪੁਰੇ ਤੋਂ। ਕਹਿੰਦਾ ਮਕਬੂਲਪੁਰਾ ਤਾਂ ਬਹੁਤ ਵੱਡਾ, ਤੂੰ ਕਿੱਥੋਂ? ਕਹਿੰਦਾ ਪਲਾਟਾਂ ਚੋਂ। ਪਲਾਟਾਂ ਚੋਂ ਕੌਣ? ਕਹਿੰਦਾ ਤੋਸ਼ੀ ਨਾਂ ਦੀ ਜਨਾਨੀ ਵੇਚਦੀ ਆ। ਹੁਣ ਦੇਖੋ, ਪੁਲਿਸ ਨੂੰ ਨਹੀਂ ਪਤਾ ਹੁੰਦਾ ਵੀ ਮਕਬੂਲਪੁਰਾ ਐਡਾ ਚੱਲਣ ਡਿਆ, ਕਿਉਂਕਿ ਬੜੀਆਂ ਵੀਡੀਓਜ਼ ਵਾਇਰਲ ਹੋ ਗਈਆਂ। ਆ ਹੁਣ ਲੇਟੈਸਟ ਵੀਡੀਓ ਵਾਇਰਲ ਹੋ ਗਈ, ਟੀਕਾ ਹੱਥ 'ਚ ਫੜਿਆ ਤਾਂ ਟੀਕਾ ਰਲਾਉਣ ਡਿਆ ਉਹ ਭਰ ਕੇ। ਇਹ ਸਾਡੇ ਪੰਜਾਬ ਦਾ ਹਾਲ ਹੋ ਗਿਆ। ਹਾਲੇ ਕਹਿੰਦੇ ਅਸੀਂ ਪੰਜਾਬ ਉੱਡਦਾ ਪੰਜਾਬ ਨਹੀਂ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹ ਬਹੁਤ ਦੂਰ ਤੱਕ ਮਾਰ ਕਰਦੀਆਂ, ਬਹੁਤ ਅੰਦਰ ਤੱਕ ਮਾਰ ਕਰਨਗੀਆਂ। ਕਿਉਂਕਿ ਜੇ ਦੇਖੋ ਇੱਕ ਪ੍ਰਤੱਖ ਆ ਸਾਡੇ ਕੋਲੇ ਮਕਬੂਲਪੁਰ, ਸਾਡੇ ਕੋਲੇ ਉੱਥੋਂ ਨਹੀਂ ਸਫਾਇਆ ਹੋਣ ਡਿਆ, ਤਾਂ ਫਿਰ ਅਸੀਂ ਬਾਰਡਰ ਦੇ ਪਾਰ ਦੀਆਂ ਸਫਾਈਆਂ ਕਿੱਦਾਂ ਕਰ ਲਾਂਗੇ? ਅਸੀਂ ਉਹਦੀਆਂ ਸਫਾਈਆਂ ਕਿੱਦਾਂ ਕਰ ਲਾਂਗੇ ਜਿਹੜੀਆਂ ਨਾਲ ਗੈਲ ਜਾਂਦੀਆਂ ਗਲੀਆਂ ਨੇ, ਉਹਨਾਂ ਦੀ ਸਫਾਈਆਂ ਕਿਵੇਂ ਕਰ ਲਾਂਗੇ? ਤੁਸੀਂ ਦੇਖੋ ਨਾ, ਕਈ ਵਾਰ ਵੀਡੀਓਜ਼ ਜਾਂ ਫੋਟੋਗ੍ਰਾਫਸ ਵਾਇਰਲ ਹੁੰਦੀਆਂ ਨੇ, ਬੜਾ ਦੁੱਖ ਹੁੰਦਾ। ਨਿੱਕਾ ਜਿਹਾ ਬੱਚਾ, ਡੈਥ ਹੋ ਗਈ, ਇੰਜੈਕਸ਼ਨ ਇੱਥੇ ਫਸਿਆ ਹੋਇਆ, ਉੱਦਾਂ ਹੀ ਮੁੱਦਾ ਪਿਆ ਹੋਇਆ, ਮਤਲਬ ਟੀਕਾ ਲਾਉਣ ਦਾ ਪਤਾ ਨਹੀਂ, ਕਿਸੇ ਨੇ ਦੱਸਿਆ ਇੱਦਾਂ ਨਸ਼ਾ ਕਰਨਾ, ਲਗਾ ਲਿਆ ਔਰ ਡੈਥ ਹੋ ਗਈ ਨਾਲ ਦੇ ਨਾਲ, ਪਾਣੀ 'ਚ ਪਿਆ ਹੋਇਆ ਮੁੱਦਾ। ਮਤਲਬ ਮਾਂ ਕੋਲ ਬਹਿ ਕੇ ਰੋਂਦੀ ਪਈ ਆ। ਹੁਣ ਦੱਸੋ ਇਹ ਕੀ ਹੈਗੇ ਨੇ? ਤੁਸੀਂ ਸ਼ਰਮ ਕਰੋ ਯਾਰ, ਉਹ ਨਿੱਕੇ ਨਿੱਕੇ ਬੱਚਿਆਂ ਨੂੰ ਤੁਸੀਂ ਨਸ਼ਾ ਵੇਚਦੇ ਪਏ ਹੋ, ਜਿਹਨਾਂ ਨੂੰ ਪਤਾ ਵੀ ਨਹੀਂ ਕੀ ਹੁੰਦਾ ਉਹ ਚੀਜ਼। ਸ਼ੌਕ ਦੇ ਵਿੱਚ ਤੁਸੀਂ ਆਪਣੇ ਪੈਸੇ ਖਰੇ ਕਰ ਲਏ, ਉਹ ਮਾਂ ਦਾ ਪੁੱਤ ਰੁਲ ਗਿਆ। ਇੱਕ ਦਿਨ ਗਿਣ ਕੇ ਮਾਵਾਂ ਵੱਡਾ ਕਰਦੀਆਂ ਨੇ ਬੱਚਿਆਂ ਨੂੰ, ਗਿੱਟ ਮਿਣਦੀਆਂ ਨੇ। ਅੱਜ ਐਡਾ ਹੋ ਗਿਆ, ਅੱਜ ਐਡਾ ਹੋ ਗਿਆ, ਸੁੱਖ ਨਾਲ ਹੁਣ ਐਡਾ ਹੋ ਗਿਆ, ਆਹ ਦੇਖ, ਉੱਥੇ ਬਹਿ ਕੇ ਮਾਂ ਰੋਂਦੀ ਹੈ। ਸੋ ਇਹ ਗੱਲਾਂ ਨੇ। ਔਰ ਇਹਦੇ ਉੱਤੇ ਨਾ ਇੱਕ ਸਟੇਟਮੈਂਟ ਬੜੀ ਟੁੱਕਦੀ ਹੈ, ਉਹ ਨਿਊਜ਼ ਵੀ ਬਣੀ ਹੋਈ ਹੈ, ਜੋ ਨਿਤਿਸ਼ ਗਡਕਰੀ ਨੇ, ਉਹ ਸਟੈਂਟਰ ਦੇ ਮਿਨਿਸਟਰ ਨੇ ਟਰਾਂਸਪੋਰਟ ਦੇ। ਭਾਰਤ ਅਮੀਰ ਦੇਸ਼ ਹੈ ਪਰ ਗਰੀਬ ਨੇ ਲੋਕ। ਅੱਛਾ, ਫਿਰ ਭਾਰਤ ਕਿੱਦਾਂ ਅਮੀਰ ਹੋਇਆ? ਮਤਲਬ ਭਾਰਤ ਦੇ ਵਿੱਚ ਸਭ ਕੁਝ ਹੈ, ਪਰ ਇਹ ਗਰੀਬੀ ਪੈਦਾ ਕੀਤੀ ਹੋਈ ਹੈ। ਪਾਲਿਸੀਜ਼ ਇੱਦਾਂ ਦੀਆਂ ਬਣਦੀਆਂ ਨੇ ਕਿ ਅਮੀਰੀ ਕੁਝ ਇੱਕ ਹੱਥਾਂ 'ਚ ਰਹਿੰਦੀ ਹੈ, ਬਾਕੀ। ਅੱਛਾ, ਨਿਤਿਨ ਗਡਕਰੀ ਨੇ ਪੁੱਛੇ ਵੀ ਤੁਸੀਂ ਆਪੇ ਭਾਂਡਾ ਆਪੇ ਸਾਜਿਆ ਹੋਇਆ ਤੁਸੀਂ, ਹੈ ਨਾ? ਐਗਜ਼ੈਕਟਲੀ। ਪਿਛਲੇ 2014 ਤੋਂ ਤੁਹਾਡੀ ਸਰਕਾਰ ਹੀ ਆ, ਮੰਨ ਲਓ 8.5 ਸਾਲ ਹੋ ਗਏ ਆ। 8.5 ਸਾਲ 'ਚ ਨਹੀਂ ਤੁਹਾਡੇ ਕੋਲੇ ਕੰਮ ਹੋਇਆ ਇਹ, ਵੀ ਤੁਸੀਂ ਉਹ ਫਿਰ ਇਨਵੋਲਵ ਹੈ ਇਹਦੇ ਵਿੱਚ। ਸਟੇਟਮੈਂਟ ਸਮਝ ਨਹੀਂ ਲੱਗਦੀ ਵੀ ਤੁੱਕੇ ਕਲਿਆਂ 'ਤੇ ਸਟੇਟਮੈਂਟ ਕਿਉਂ ਦਿੰਦੇ ਆ? ਬਿਲਕੁਲ ਸਹੀ ਗੱਲ ਹੈ, ਕਿਉਂਕਿ ਰਿਸਪੌਂਸੀਬਲ ਖੁਦ ਵੀ ਨੇ, ਕਿਉਂਕਿ ਸੈਂਟਰ 'ਚ ਤਕਰੀਬਨ ਹੁਣ ਦੂਸਰੇ ਟਾਈਮ ਦੇ ਵੀ ਪੂਰਾ ਹੋਣ ਵਾਲਾ 2024 ਦੇ ਵਿੱਚ, ਕਿਉਂਕਿ ਹਲੇ ਤਾਂ ਮਤਲਬ 2024 ਦੇ ਵਿੱਚ ਇਲੈਕਸ਼ਨਸ ਨੇ, ਔਰ ਫਿਰ ਕਹਿੰਦੇ ਪਏ ਨੇ ਕਿ ਅਸੀਂ ਦੁਬਾਰਾ ਹੋਣਾ। ਵਾਕਈ। ਚਲੋ ਹੁਣ
ਚੱਲਿਆ ਜਾਵੇ। ਫਿਲਹਾਲ ਅਸੀਂ ਦੁਬਾਰਾ ਆਉਣ ਦੇ ਲਈ ਸਾਨੂੰ ਤਾਂ ਜਾਣਾ ਪੈਣਾ, ਕਿਉਂਕਿ ਅਸੀਂ ਰੋਜ਼ ਗੱਲਾਂ ਕਰਨੀਆਂ ਤੇ ਰੋਜ਼ ਗੱਲਾਂ ਦੇ ਜਿਹੜੇ ਆ ਕਿ ਉਹਨਾਂ ਦੇ ਲਈ ਸ਼ਬਦ ਵੀ ਚੁਣਨੇ ਪੈਣੇ ਆ ਤੇ ਪੜ੍ਹਨਾ ਵੀ ਪੈਣਾ। ਤੁਸੀਂ ਵੀ ਜਿੱਥੇ ਹੈਗੇ, ਜਿੰਨੇ ਜੋਕਰੇ ਹੈਗੇ ਉਹ ਕਰਦੇ ਰਹੋ, ਦੇਖਦੇ ਰਹੋ ਪੰਜਾਬ ਮੇਰੇ USA TV। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।